ਲਗਭਗ 8ਵੀਂ ਕਲਾਸ ਤੋਂ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨਾਲ ਜੁੜ ਗਿਆ ਸੀ। ਜਨਤਾ ਪਾਰਟੀ ਦੇ ਵਰਕਰ ਅਜੇ ਤੱਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ। ਕੀ ਗੱਲ, ਡਰ ਲੱਗਦਾ ਪਿਆ ਕਿਸਾਨਾਂ ਤੋਂ? ਬਾਲ ਠਾਕਰੇ, ਸ਼ਿਵ ਸੈਨਾ ਦੇ ਔਰ ਪੂਰੀ ਟੀਮ ਲਗਭਗ ਅਸੀਂ ਸਾਰੀ ਸ਼ਾਮਲ ਕਰਾਈ ਆ। ਪਿੰਡਾਂ ਦੇ ਵਿੱਚ ਬੀਜੇਪੀ ਵਾਲਿਆਂ ਨੂੰ ਵੜ ਨਹੀਂ ਦਿੱਤਾ ਜਾ ਰਿਹਾ। ਡਟ ਕੇ ਮੂਰਤ ਕਰਕੇ ਆਏ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਿੰਡਾਂ ਦੇ ਵਿੱਚ ਬੜੀ ਤੇਜ਼ੀ ਨਾਲ ਵੱਧ ਰਹੀ ਹੈ। 23 ਦੇ ਵਿੱਚੋਂ 3 ਸੀਟਾਂ ਬੀਜੇਪੀ ਮਸਾਂ ਜਿੱਤੀ ਸੀ ਦੇ ਵਿੱਚ, ਤੇ ਤੁਸੀਂ 117 ਤੇ ਇਲੈਕਸ਼ਨ ਲੜਨ ਜਾ ਰਹੀ ਹੈ 2022 ਦੇ ਵਿੱਚ। ਕੀ ਗੱਲ ਇਹ ਤੁਹਾਨੂੰ ਹਾਸੋ ਹੀਣੀ ਜੀ ਗੱਲ ਨਹੀਂ ਕੁਝਾਪਦੀ? ਇਸੇ ਭਾਰਤੀ ਜਨਤਾ ਪਾਰਟੀ ਨੇ 23 ਦੇ ਵਿੱਚੋਂ 19 ਸੀਟਾਂ ਜਿੱਤ ਕੇ ਪੰਜਾਬੀ ਬਣਾਇਆ ਹੈ, ਜਿਹਦੇ ਵਿੱਚ ਖਾਸ ਕਰ ਅਨਿਲ ਜੋਸ਼ੀ ਦਾ ਜਿਹੜੇ ਆਪਣੇ ਆਪ ਨੂੰ ਵਿਕਾਸ ਪੁਰਸ਼ ਕਹਿੰਦੇ ਆ, ਸੱਤਾ ਦੇ ਵਿੱਚ ਰਹਿ ਕੇ ਤੇ ਸਾਰੀ ਤਾਕਤ ਵਰਤੀ, ਸਾਰੀ ਤਾਕਤ ਦੀ ਮੌਜ ਕੀਤੀ ਆ। ਉਹ ਅੱਜ ਸੰਘਰਸ਼ ਦੇ ਟਾਈਮ ਤੇ ਪਾਰਟੀ ਨੂੰ ਛੱਡ ਕੇ ਜਾ ਰਹੇ ਆ। ਵਰਕਰਾਂ ਨੂੰ 10 ਸਾਲ ਅਕਾਲੀਆਂ ਦੇ ਕੋਲ ਪਿੰਡਾਂ 'ਚ ਕੁੱਟ ਪੈਂਦੀ ਰਹੀ। ਜਦੋਂ ਪੈਂਦੀ ਰਹੀ ਉਹ ਤੇ ਉਹਨਾਂ ਦੇ ਭਰਾ ਦੇ ਉੱਪਰ ਗੋਲੀਆਂ ਵੀ ਚੱਲੀਆਂ, ਹਮਲੇ ਵੀ ਹੋਏ, ਤੇ ਉਹ ਕਹਿੰਦੇ ਕਿ ਮੈਂ ਤੇ ਇਹ ਜਿਹੜਾ ਜੁਰਮ ਹੈ ਤਸ਼ੱਦਦ ਆਪਣੇ ਪਰਿਵਾਰਕ ਤੌਰ ਤੇ ਵੀ ਮੈਂ ਝੱਲਿਆ। ਮੈਂ ਉਦੋਂ ਵੀ ਵਿਰੋਧ ਸਿਰਫ ਉਸੇ ਦਿਨ ਵਿਰੋਧ ਕੀਤਾ ਜਿਸ ਦਿਨ ਆਪਣੇ ਭਰਾ ਦੇ ਉੱਤੇ ਹੋਇਆ ਸੀ। ਤਰਨਤਾਰਨ ਇਹਨਾਂ ਦੇ ਭਰਾ ਤੇ ਹਮਲਾ ਹੋਇਆ ਤੇ ਸ਼ਾਇਦ ਪਹਿਲੇ 20 ਦੇ ਵਿੱਚ ਪਹੁੰਚਣ ਵਾਲੇ 'ਚ ਮੈਂ ਵੀ ਸੀ। ਮਿੰਨੀ ਬੱਸਾਂ ਵਾਲਿਆਂ ਦਾ ਸਾਨੂੰ ਦਰਦ ਨਹੀਂ ਆਇਆ। ਉਹ ਤਾਂ ਸਾਡੇ ਸ਼ਹਿਰ ਦੇ ਸੀ, ਆਪਾਂ ਹੀ ਲੋਕਲ ਬੋਡੀ ਮੰਤਰੀ ਸੀ, ਉਹਦਾ ਸਕੇ। ਔਰ ਤੁਸੀਂ ਜਿਹੜੀ ਗੱਲ ਕੀ ਨਾ 3 ਦੇ ਰਹਿ ਗਈ, 2 ਦੇ ਰਹਿ ਗਈ ਪਾਰਟੀ, ਇਹ ਲੋਕਲ ਬੋਡੀ ਮੰਤਰੀ ਸੀ ਪੰਜਾਬ ਦੇ। ਇਹ ਦੱਸਣ ਅੱਜ ਅਵਿਨਾਸ਼ ਸ਼ੈਲਾ ਜੀ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਕਮੀਆਂ ਨੇ ਉਹ ਅਨਿਲ ਜੋਸ਼ੀ ਦੇ ਉੱਤੇ ਥੋਪਦੇ ਨਜ਼ਰ ਕਿਉਂ ਆ ਰਹੇ? ਕੀ ਗੱਲ ਪਾਰਟੀ ਇਹਨਾਂ ਸਾਰੇ ਕੰਮਾਂ ਦੇ ਲਈ ਜ਼ਿੰਮੇਵਾਰ ਨਹੀਂ ਨਾ? ਲੈ ਕੇ ਬੈਠੇ ਸੀ ਜਦੋਂ ਇਹ ਸੱਤਾ 'ਚ ਬੈਠੇ, ਫਿਰ ਇਹਨਾਂ ਦੇ ਸਿਰ ਤੇ ਹੀ ਆਉਣਾ ਨਾ ਜੀ। ਤੇਜ ਪਾਰਟੀ ਇਹਨਾਂ ਨੂੰ ਨਹੀਂ ਇੱਕ ਜਗ੍ਹਾ ਤੇ ਕੋਈ ਪੋਸਟ ਮਿਲਦੀ ਪਈ ਤੇ ਅੱਜ ਆਪਾਂ ਪਾਰਟੀ ਦਾ ਵਿਰੋਧ ਕਰਨ ਲੱਗ ਪਏ। ਉਹਦੇ ਵਿੱਚ ਫੂਕਿਆ ਸੀ 341 ਕਰੋੜ ਰੁਪਏ ਉਹ ਦੇ ਰਹੇ ਤੇ ਤੁਸੀਂ ਉਹਨਾਂ ਦਾ ਪੁਤਲਾ ਫੂਕਦੇ ਪਏ ਜੇ। ਕੋਈ ਗੱਲ ਸਮਝ ਨਹੀਂ ਆਉਂਦੀ। ਅਨਿਲ ਜੋਸ਼ੀ ਦੇ ਕੁਝ ਰਿਸ਼ਤੇਦਾਰ ਜਿਹੜੇ ਮੂੰਹ ਬੋਲੇ ਆ, ਉਹ ਇੱਥੇ ਸਾਡੀ ਵਾਰਡ 'ਚ ਇੰਟਰਫੇਰੈਂਸ ਕਰਦੇ ਸੀ। ਇਹ ਮੂਰਤ ਵੀ ਉਹਨਾਂ ਨੇ ਰਖਵਾਇਆ ਸੀ। ਅੱਜ ਆਪਾਂ ਹਾਸ਼ੀਏ ਤੇ ਇਹਨਾਂ ਕਾਰਨਾਂ ਕਰਕੇ ਹੀ ਆ। ਇਸ ਤਰ੍ਹਾਂ ਹੀ ਪੱਪੂ ਮਾਜਨ ਜੀ, ਉਹਨੂੰ ਸਿੱਕਾ ਜੀ, ਮਤਲਬ ਕਿੰਨੇ ਹੀ ਨਾਮ ਨੇ। ਸਾਡੇ ਤੋਂ ਕੋਈ ਚੱਕਰ ਨਹੀਂ, ਉਹਨਾਂ ਡੱਕਿਆ ਨਹੀਂ ਤੁਹਾਨੂੰ? ਜੇ ਇਹ ਆਪਣੀ ਮਨਮਾਨੀ ਕਰਦੇ ਪਏ ਆ ਤੇ ਫਿਰ ਸਭ ਨੂੰ ਹੱਕ ਆ। ਕਰਨਾ ਕਿ ਅਵਿਨਾਸ਼ ਸ਼ੈਲਾ ਜੀ ਅਨਿਲ ਜੋਸ਼ੀ ਦੇ ਵਿਰੋਧੀ ਹੀ ਖੜੇ ਨਜ਼ਰ ਆ ਰਹੇ ਨੇ। मैं किसी को मतलबी कहूँ, मुझे ये क्या हक है। मैं तो खुद भगवान को मुसीबत में याद करता हूँ। पंजाब जिते घूमना पहला ਅੰਮ੍ਰਿਤਸਰ ਦੇ ਵਿੱਚੋਂ ਦੱਸੋ ਕਿਹੜਾ ਸਪੋਰਟ ਤੇ ਆਇਆ ਜੀ? ਕਿੰਨੇ ਜਿੰਨਾ ਕੋ ਕੱਟੜ ਵਿਰੋਧੀ ਅਨਿਲ ਜੋਸ਼ੀ ਦਾ ਵਾ, ਉਹਨੂੰ ਪਾਰਟੀ ਦੇ ਵਿੱਚ ਉਹਨਾਂ ਹੀ ਉੱਚਾ ਅਹੁਦਾ ਦਿੱਤਾ ਜਾਂਦਾ। ਮੇਰੇ ਕੋਈ ਦੋਸਤ ਨੇ ਉਹਨਾਂ ਨੂੰ ਹੀ ਪੋਸਟ ਮਿਲੇ, ਐਸਾ ਨਹੀਂ ਕਦੀ ਵੀ ਹੁੰਦਾ। ਹੁਣ ਜਿਹੜੇ ਨੇ ਅਵਿਨਾਸ਼ ਸ਼ੈਲਾ ਜੀ ਅੰਮ੍ਰਿਤਸਰ ਨੌਰਥ ਦੀ ਕਿਸੇ ਵੀ ਦੀਵਾਰ ਤੇ ਉਹਨਾਂ ਦਾ ਕੋਈ ਪੋਸਟਰ ਲੱਗਿਆ ਨਜ਼ਰ ਨਹੀਂ ਆ। ਤੁਸੀਂ ਰਿਸ਼ਤੇਦਾਰ ਬਾਰ-ਬਾਰ ਕਹਿ ਰਹੇ, ਚੈਨਲ ਵਾਲਿਆਂ ਨੂੰ ਖੁੱਲ੍ਹ ਕੇ ਨਾਮ ਦੱਸੋ। ਤੁਸੀਂ ਸਭ ਨੂੰ ਪਤਾ ਹੈ ਜੀ। ਅਨਿਲ ਜੋਸ਼ੀ ਨੂੰ ਫੋਨ ਤੇ ਵੀ ਕਿਹਾ ਸੀ ਕਿ ਅੱਜ ਤੋਂ ਬਾਅਦ ਇਹ ਵਾਰਡ ਨਹੀਂ ਲੜਨੀ, ਅੱਜ ਤੋਂ ਬਾਅਦ ਨਾਰਥ ਹਲਕੇ ਦੇ ਵਿੱਚ ਮੈਂ ਵੀ ਇਲੈਕਸ਼ਨ ਲੜਨ ਆਵਾਂਗਾ। ਜਿੱਥੇ ਮਾਰਿਆ ਗਿਆ ਕਿ ਕਿਉਂ ਨਹੀਂ ਤਰਸ ਕਰਦੀ ਪਈ ਭਾਰਤੀ ਜਨਤਾ ਪਾਰਟੀ, ਇਹਨਾਂ ਨੇ ਕੀ ਲੈਣਾ ਵਾ, ਕਿਉਂ ਇਹਨੇ ਜ਼ਾਲਮ ਬਣ ਕੇ? ਜਿਹੜੇ 500 ਲੋਕ ਸ਼ਹੀਦ ਹੋਏ ਨੇ, ਆਪਾਂ ਉਹਨਾਂ ਦਾ ਬਹੁਤ ਦੁੱਖ ਹੈ ਸਾਨੂੰ। ਉਹ ਸਿੰਘ ਸਿੱਧੂ ਦੇ ਜਾਣ ਤੋਂ ਬਾਅਦ ਅੰਮ੍ਰਿਤਸਰ ਦੀ MP ਦੀ ਸੀਟ ਅਜੇ ਤੱਕ ਨਹੀਂ ਜਿੱਤੀ ਗਈ, ਉਹਦਾ ਕੀ ਕਾਰਨ ਹੈ? ਸਰ ਸ਼ਹਿਰ ਦੇ ਵਿੱਚ ਅਰੁਣ ਜੇਤਲੀ ਔਰ ਹਰਦੀਪ ਪੁਰੀ ਜੀ ਵੇਖੋ ਹਾਰ ਗਏ। ਅਨਿਲ ਜੋਸ਼ੀ ਜੀ ਨੂੰ ਭਰਾ ਨੇ ਸਾਡੇ ਵੱਡੇ, ਔਰ ਮੇਰਾ ਕੋਈ ਪਰਸਨਲ ਉਹਨਾਂ ਨਾਲ ਨਾਰਾਜ਼ਗੀ ਕਾਰਨ ਉਹਨਾਂ ਦੀ ਬੈਲਟ ਰਹੀ ਆ, ਪੁਰਾਣਾ ਘਰ ਰਿਹਾ ਵਾ, ਉੱਥੇ ਜਾ ਕੇ ਡਟ ਕੇ ਕੰਮ ਕਰਨਾ ਚਾਹੀਦਾ। ਸਵਾਗਤ ਹੈ ਜੀ ਤੁਹਾਡਾ ਚੈਨਲ AK1 ਤੇ। ਮੈਂ ਤੁਹਾਡਾ ਹੋਸਟ ਪਰਮਜੀਤ ਸਿੰਘ। ਅੱਜ ਅਸੀਂ ਪਹੁੰਚੇ ਹਾਂ ਜੀ ਅਵਿਨਾਸ਼ ਸ਼ੈਲਾ ਜੀ ਦੇ ਦਫ਼ਤਰ ਦੇ ਵਿੱਚ। ਇਸ ਵਕਤ ਅਵਿਨਾਸ਼ ਸ਼ੈਲਾ ਜੀ BJP ਦੇ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਸੇਵਾ ਨਿਭਾ ਰਹੇ ਨੇ। ਨਾਲ ਹੀ BJP ਯੂਥ ਦੇ ਸਾਬਕਾ ਪ੍ਰਧਾਨ ਵੀ ਹਨ। ਅਸੀਂ ਇਹਨਾਂ ਨਾਲ BJP ਦੀ ਮੌਜੂਦਾ ਸਿਆਸਤ, ਇਹਨਾਂ ਦੇ ਵਿਰੋਧੀ ਗਿਣੇ ਜਾਂਦੇ ਨੇ, ਉਹਨਾਂ ਵੱਲੋਂ ਵੀ ਕੁਝ ਸਵਾਲ ਇਹਨਾਂ ਦੇ ਉੱਪਰ ਉਠਾਏ ਗਏ ਸਨ। ਇਹੀ ਕਾਰਨ ਹੈ ਕਿ ਅੱਜ ਅਸੀਂ ਇਹਨਾਂ ਦੇ ਕੋਲੋਂ ਇਹਨਾਂ ਦਾ ਪੱਖ ਜਾਣਨ ਦੇ ਲਈ ਪਹੁੰਚੇ ਹਾਂ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਚੈਨਲ ਦਾ, ਪਰਮਜੀਤ ਜੀ ਦਾ। ਤੁਸੀਂ ਅੱਜ ਮੇਰੀ ਗੱਲ ਰੱਖਣ ਵਾਸਤੇ, ਮੈਂ ਆਪਣੀ ਗੱਲ ਪਲੇਟਫਾਰਮ ਤੇ ਰੱਖ ਸਕਾਂ ਲੋਕਾਂ ਦੇ ਵਿੱਚ, ਉਹਦੇ ਵਾਸਤੇ ਆਏ। ਧੰਨਵਾਦ ਭਾਜੀ। ਚੰਦ ਲਫ਼ਜ਼ਾਂ ਦੇ ਵਿੱਚ ਥੋੜ੍ਹਾ ਜਿਹਾ ਸਿਆਸੀ ਜੀਵਨ ਦੇ ਬਾਰੇ। 8ਵੀਂ ਕਲਾਸ ਤੋਂ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨਾਲ ਜੁੜ ਗਿਆ ਸੀ। ਉਸ ਤੋਂ ਬਾਅਦ ਮੈਂ ਸੰਘ ਦਾ ਕੰਮ ਕੀਤਾ, ਫਿਰ ਮੈਂ ਵਿਦਿਆਰਥੀ ਪਰਿਸ਼ਦ ਦੇ ਵਿੱਚ ਕੰਮ ਕੀਤਾ ਐਕਟਿਵ ਹੋ ਕੇ, ਔਰ ਮੈਂ ਛਾਟੇ ਦਾ ਪ੍ਰਧਾਨ, ITI ਦਾ ਪ੍ਰਧਾਨ, ਅੰਮ੍ਰਿਤਸਰ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਬਣਿਆ। ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸੈਕਟਰੀ ਬਣਿਆ ਯੁਵਾ ਮੋਰਚਾ ਦਾ ਅੰਮ੍ਰਿਤਸਰ ਦਾ, ਫਿਰ ਮੈਂ ਵਾਈਸ ਪ੍ਰਧਾਨ ਬਣਿਆ। ਫਿਰ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ 3.5 ਸਾਲ ਤੋਂ ਵੀ ਵੱਧ ਸਮੇਂ ਤੱਕ ਕੰਮ ਕੀਤਾ। ਔਰ ਫਿਰ ਮੈਂ ਪੰਜਾਬ ਦੇ ਵਿੱਚ ਵਾਈਸ ਪ੍ਰਧਾਨ ਬਣਿਆ ਯੂਥ ਦਾ। ਔਰ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਜ਼ਿਲ੍ਹੇ ਦੀ ਸੀਨੀਅਰ ਟੀਮ ਦੇ ਵਿੱਚ ਪਿਛਲੀ ਟਰਮ ਦੇ ਵਿੱਚ ਸੈਕਟਰੀ ਰਿਹਾ ਸੀ, ਔਰ ਇਸ ਵਾਰ ਮੈਂ ਉਪ ਪ੍ਰਧਾਨ ਦੇ ਨਾਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਟੀਮ 'ਚ ਕੰਮ ਕਰ ਰਿਹਾ। ਭਾਰਤੀ ਜਨਤਾ ਪਾਰਟੀ ਇਸ ਵਕਤ ਸਿਆਸੀ ਜ਼ਮੀਨ ਦੇ ਉੱਪਰ
ਖੇਤੀ ਮੁੱਦੇ ਦੇ ਉੱਪਰ ਪੂਰੀ ਤਰ੍ਹਾਂ ਘਿਰੀ ਨਜ਼ਰ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਵਰਕਰ ਅਜੇ ਤੱਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ। ਕੀ ਗੱਲ, ਡਰ ਲੱਗਦਾ ਪਿਆ ਕਿਸਾਨਾਂ ਤੋਂ? ਬੇਨਤੀ ਇਹ ਹੈ ਕਿ ਇਹ ਹਵਾ ਬਣਾਈ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਭਾਰਤੀ ਜਨਤਾ ਪਾਰਟੀ ਦਾ ਵਰਕਰ ਘਰੋਂ ਨਹੀਂ ਨਿਕਲ ਰਿਹਾ। ਤੁਸੀਂ ਦੇਖੋਗੇ ਪਰਸੋਂ ਹੀ ਅਸੀਂ ਜੁਆਇਨਿੰਗਾਂ ਕਰਾਈਆਂ ਹੈ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਦਾ ਜ਼ਿਲ੍ਹਾ ਪ੍ਰਧਾਨ ਬਾਲ ਠਾਕਰੇ ਸ਼ਿਵ ਸੈਨਾ ਦੇ ਔਰ ਪੂਰੀ ਟੀਮ ਲਗਭਗ ਅਸੀਂ ਸਾਰੀ ਸ਼ਾਮਲ ਕਰਾਈ ਆ ਔਰ ਉਹ ਘਰੋਂ ਨਿਕਲੇ ਆ ਪ੍ਰਯਾਸਾਂ ਦੇ ਨਾਲ ਹੀ ਸ਼ਾਮਲ ਹੋ ਰਹੇ ਨੇ। ਜਿਹੜੇ ਲੋਕ ਸ਼ਾਮਲ ਹੋ ਰਹੇ ਨੇ, ਉਸ ਤੋਂ ਪਹਿਲਾਂ ਕਾਂਗਰਸ ਦਾ 2 ਵਾਰ ਤੋਂ ਕਾਉਂਸਲਰ ਲੜੇ ਇਲੈਕਸ਼ਨ ਇੱਥੇ ਰਕੇਸ਼ ਕੁਮਾਰ ਰਿੰਕੂ ਜੀ ਨਾਲ ਅਸੀਂ ਪ੍ਰਯਾਸ ਕਰਕੇ ਔਰ ਉਹਨਾਂ ਦੀ ਪੂਰੀ ਟੀਮ ਜਿਹਦੇ ਨਾਲ ਕਈ ਚੇਅਰਮੈਨ ਐਸਸੀ ਕਮਿਸ਼ਨ ਦੇ ਕਈ ਹੋਰ ਅਹੁਦਿਆਂ ਦੇ ਕਾਂਗਰਸ ਦੇ ਜਿਹੜੇ ਉਹ ਲੋਕ ਅਸੀਂ ਸ਼ਾਮਲ ਕਰਾਏ ਆ ਔਰ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਲਾਈਨਾਂ ਲੱਗੀਆਂ ਹੋਈਆਂ ਨੇ ਵਰਕਰਾਂ ਦੀਆਂ, ਲੀਡਰਾਂ ਦੀਆਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਣ ਵਾਸਤੇ। ਇਹ ਵਿਰੋਧੀਆਂ ਨੂੰ ਡਰ ਲੱਗ ਰਿਹਾ ਬੀਜੇਪੀ ਕੋਲੋਂ। ਇਹ ਵਿਰੋਧੀ ਬੁਖਲਾਏ ਹੋਏ ਨੇ ਬੀਜੇਪੀ ਦੇ ਕੋਲੋਂ ਕਿ ਬੀਜੇਪੀ ਤਾਕਤ ਦੇ ਵਿੱਚ ਆਉਣ ਵਾਲੀ। ਵੇਖੋ 23 ਸੀਟਾਂ ਤੇ ਲੜਦੇ ਸੀ, ਅਕਾਲੀ ਦਲ ਸਾਡੀ ਵੱਡੀ ਭਾਈਵਾਲ ਪਾਰਟੀ ਸੀ, ਉਹਦੇ ਕਰਕੇ ਭਾਰਤੀ ਜਨਤਾ ਪਾਰਟੀ ਨਾਲ ਲੋਕਾਂ ਦਾ ਇੱਕ ਹਮੇਸ਼ਾ ਹੀ ਗਿਲਾ ਰਹਿੰਦਾ ਸੀ ਕਿ ਤੁਹਾਡੇ ਕੋਲ ਬੜੇ ਅੱਛੇ ਲੋਕ ਨੇ, ਤੁਸੀਂ ਬੜਾ ਕੰਮ ਕਰਦੇ ਨੇ, ਲੇਕਿਨ ਜਿਹੜੇ ਪਾਪ ਅਕਾਲੀ ਕਰਦੇ ਨੇ ਉਹਦਾ ਵੀ ਤੁਹਾਡੇ ਸਿਰ ਤੇ ਭਾਂਡਾ ਭੱਜ ਜਾਂਦਾ। ਇਸ ਕਰਕੇ ਇਕੱਲੇ ਇਲੈਕਸ਼ਨ ਲੜੋ। ਚਲੋ ਸਾਡਾ ਸੁਭਾਗ ਹੈ ਇਸ ਵਾਰ 117 ਸੀਟਾਂ ਦੇ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਲੜੇਗੀ। ਰਹੀ ਕਿਸਾਨ ਅੰਦੋਲਨ ਦੀ ਗੱਲ, ਮੈਂ ਸਮਝਦਾ ਕਿ ਕਿਸਾਨ ਜਥੇਬੰਦੀਆਂ ਦੇ ਕੁਝ ਨੇਤਾ ਜਿਹੜੇ ਆ ਸਿਰਫ ਉਹੀ ਹੁਣ ਜਿਹੜੇ ਆ ਉਹ ਗੱਲ ਮੁੱਕਣ ਨਹੀਂ ਦੇ ਰਹੇ, ਨਹੀਂ ਤੇ ਲੋਕਾਂ ਨੂੰ ਜੋ ਔਰ ਕਿਸਾਨਾਂ ਨੂੰ ਜੋ ਸੁਵਿਧਾ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਸਰਕਾਰ ਨੇ ਦਿੱਤੀ ਹੈ, ਲੋਕਾਂ ਨੇ ਉਹਦਾ ਫਾਇਦਾ ਚੁੱਕਣਾ ਸ਼ੁਰੂ ਕਰਤਾ ਹੈ। ਪਰ ਕਿਸਾਨਾਂ ਨੇ ਲਏ ਨੇ, ਉਹ ਆਪਣੀ ਫਸਲ ਵੇਚੀ ਹੈ। ਰਿਕਾਰਡ MSP ਦੇ ਉੱਤੇ ਐਰਕੀ ਫਸਲ ਦੀ ਖਰੀਦ ਹੋਈ ਹੈ। ਜਿਹੜੇ ਖਦਸ਼ੇ ਸੀ ਉਹ ਹੌਲੀ ਹੌਲੀ ਘਟ ਰਹੇ ਆ। ਲੋਕ ਜਿਹੜੇ ਆ ਹੌਲੀ ਹੌਲੀ ਜਿਹੜੇ ਇਸ ਚੀਜ਼ ਨੂੰ ਸਮਝ ਰਹੇ ਆ। ਸ਼ੈਲਾ ਜੀ, ਸ਼ਾਇਦ ਤੁਸੀਂ ਪਿੰਡਾਂ ਦੇ ਵਿੱਚ ਘਟ ਜਾਂਦੇ ਜੇ। ਪਿੰਡਾਂ ਦੇ ਵਿੱਚ ਘਰੋਂ ਘਰੀ ਬੀਜੇਪੀ ਦੇ ਖਿਲਾਫ ਕਿਸਾਨੀ ਯੂਨੀਅਨ ਦੇ ਝੰਡੇ ਲੱਗੇ ਨਜ਼ਰ ਆ ਰਹੇ ਨੇ। ਪਿੰਡਾਂ ਦੇ ਵਿੱਚ ਬੀਜੇਪੀ ਵਾਲਿਆਂ ਨੂੰ ਵੜ ਨਹੀਂ ਦਿੱਤਾ ਜਾ ਰਿਹਾ। ਸ਼ਵੇਤ ਮਲਕੀ ਦਾ ਵਰਿੰਦਾਵਨ ਪੰਚਾਇਤ ਦੇ ਵਿੱਚ ਇੱਕ ਜਿੰਮ ਦਾ ਮਹੂਰਤ ਸੀ, ਉਹਨਾਂ ਨੂੰ 4-5 ਘੰਟੇ ਡਿਲੇ ਕਰਨਾ ਪਿਆ। ਬਾਅਦ ਵਿੱਚ ਜਦੋਂ ਗਏ ਉੱਥੇ ਫੇਰ ਨਾਅਰੇਬਾਜ਼ੀ ਸ਼ੁਰੂ ਹੋ ਗਈ। ਹਾਲੇ ਵੀ ਸ਼ਵੇਤ ਮਲਕੀ ਨੂੰ ਘੇਰਿਆ ਗਿਆ ਕਿਸਾਨਾਂ ਦੇ ਵੱਲੋਂ। ਦੇਖੋ ਦੋਨਾਂ ਹੀ ਗੱਲਾਂ ਦਾ ਤੁਹਾਡਾ ਜਵਾਬ ਹੈ। ਤੁਸੀਂ ਪਹਿਲਾ ਸਵਾਲ ਕੀਤਾ ਸੀ ਬੀਜੇਪੀ ਦੇ ਵਰਕਰ ਲੀਡਰ ਨਿਕਲਦੇ ਨਹੀਂ ਪਏ। ਤੁਸੀਂ ਆਪ ਹੀ ਦੱਸਦਾ ਕਿ ਸ਼ਵੇਤ ਮਲਕ ਜੀ ਨਿਕਲੇ, ਘਰੋਂ ਗਏ, 2 ਘੰਟੇ ਚਾਹੇ ਲੇਟ ਮਹੂਰਤ ਕਰਕੇ ਆਏ, ਡਟ ਕੇ ਮਹੂਰਤ ਕਰਕੇ ਆਏ। ਸੋ ਜਿਹੜੇ ਲੋਕ ਸਾਡੀ ਪਾਰਟੀ 'ਚ ਵੀ ਨੇ, ਜਿਹੜੇ ਲੋਕ ਆਪ ਹੀ ਆਪਣੀ ਪਾਰਟੀ ਨੂੰ ਭੰਡੀ ਜਾ ਰਹੇ ਆ ਕਿ ਪਾਰਟੀ ਦਾ ਵਰਕਰ ਨਿਕਲਦਾ ਨਹੀਂ ਪਿਆ, ਉਹ ਜਾ ਕੇ ਦੇਖਣ ਨਾ। ਪਰਸੋਂ ਦੀਆਂ ਅਖਬਾਰਾਂ ਦੇਖੋ, ਸਾਰੀਆਂ ਅਖਬਾਰਾਂ ਭਰੀਆਂ ਪਈਆਂ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਿੰਡਾਂ ਦੇ ਵਿੱਚ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਲੇਕਿਨ ਉਹਨੂੰ ਸਮਾਂ ਲੱਗਣਾ ਥੋੜ੍ਹਾ ਸਾਨੂੰ ਹੋਰ। ਅਸੀਂ ਨਵੇਂ ਯੂਨਿਟ ਬਣਾ ਰਹੇ ਹਾਂ ਕਿਉਂਕਿ ਕੱਲ੍ਹ ਇਲੈਕਸ਼ਨ ਲੜਦੇ ਸੀ, ਇਸ ਕਰਕੇ ਅਸੀਂ ਤਾਂ ਸ਼ਹਿਰੀਆਂ ਦੀ ਪਾਰਟੀ ਬਣੇ ਹੋਏ ਸੀ ਪੰਜਾਬ ਦੇ ਵਿੱਚ। ਕੱਲ੍ਹ ਹੀ ਅਜੇ 117 ਹਲਕਿਆਂ ਦੇ ਉੱਤੇ ਸਾਡੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੇ 117 ਦੇ 17 ਹਲਕਿਆਂ ਦੇ ਉੱਤੇ ਆਪਣੇ ਜਿਹੜੇ ਇੰਚਾਰਜ ਲਗਾਤੇ ਆ। 23 ਦੇ ਵਿੱਚੋਂ 3 ਸੀਟਾਂ ਬੀਜੇਪੀ ਮਸਾਂ ਜਿੱਤੀ ਸੀ 2017 ਦੇ ਵਿੱਚ, ਤੇ ਤੁਸੀਂ 117 ਤੇ ਇਲੈਕਸ਼ਨ ਲੜਨ ਜਾ ਰਹੇ ਹੋ 2022 ਦੇ ਵਿੱਚ। ਕੀ ਗੱਲ ਇਹ ਤੁਹਾਨੂੰ ਹਾਸੋਹੀਣੀ ਜੀ ਗੱਲ ਨਹੀਂ ਕੁਝ ਆਪਦੀ? ਮੈਨੂੰ ਲੱਗਦਾ ਤੁਹਾਨੂੰ ਸ਼ਾਇਦ ਰਿਕਾਰਡ ਨਹੀਂ ਪਤਾ। ਇਸੇ ਭਾਰਤੀ ਜਨਤਾ ਪਾਰਟੀ ਨੇ 23 ਦੇ ਵਿੱਚੋਂ 19 ਸੀਟਾਂ ਜਿੱਤ ਕੇ ਪੰਜਾਬ 'ਚ ਸਰਕਾਰ ਬਣਾਈ ਆ। ਇਸੇ ਭਾਰਤੀ ਜਨਤਾ ਪਾਰਟੀ ਨੇ 23 ਚੋਂ 18 ਸੀਟਾਂ ਜਿੱਤ ਕੇ ਸਰਕਾਰ ਬਣਾਈ ਆ। ਅਸੀਂ ਉਹ ਵੀ ਰਿਕਾਰਡ ਯਾਦ ਰੱਖੀਏ। ਹਾਂ, ਮੈਂ ਮੰਨਣ ਦੇ ਵਿੱਚ ਕੋਈ ਗੁਰੇਜ਼ ਨਹੀਂ ਆ ਕਿ ਅਸੀਂ ਪਿਛਲੀ ਟਰਮ ਦੇ ਵਿੱਚ ਜਿਹੜੇ ਲੋਕਾਂ ਨੂੰ ਮੰਤਰੀ ਬਣਾਇਆ ਸੀ, ਜਿਹਦੇ ਵਿੱਚ ਖਾਸ ਕਰ ਅਨਿਲ ਜੋਸ਼ੀ ਦਾ ਜਿਹੜੇ ਆਪਣੇ ਆਪ ਨੂੰ ਵਿਕਾਸ ਜ਼ਮੀਨੀ ਹਕੀਕਤ ਨੂੰ ਅਨਿਲ ਜੋਸ਼ੀ ਦਾ ਨਾਮ ਲੈ ਰਹੇ, ਮੈਂ ਉਹਨਾਂ ਦਾ ਸਵਾਲ ਜੇ ਬਾਅਦ ਵਿੱਚ ਰੱਖਣਾ ਸੀ। ਅਨਿਲ ਜੋਸ਼ੀ ਜੀ ਚਲੋ ਕਾਂਗਰਸ ਵਾਲੇ ਵਿਰੋਧ ਕਰ ਰਹੇ ਨੇ, ਆਮ ਪਾਰਟੀ ਕਰ ਰਹੀ ਆ, ਅਕਾਲੀ ਵੀ ਕਰ ਰਹੇ ਨੇ ਵਿਰੋਧ। ਪੰਜਾਬ ਦਾ ਤਕਰੀਬਨ ਹਰ ਇੱਕ ਜਿਹੜਾ ਤਬਕਾ ਵਾ ਇਸ ਵਕਤ ਖੇਤੀ ਮੁੱਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਦਾ ਨਜ਼ਰ ਆ ਰਿਹਾ। ਤੇ ਹੁਣ ਤੇ ਤੁਹਾਡੀ ਪਾਰਟੀ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ। ਸਾਬਕਾ ਮੰਤਰੀ ਅਨਿਲ ਜੋਸ਼ੀ ਜੀ, KD ਭੰਡਾਰੀ ਜੀ, ਮਾਸਟਰ ਮੋਹਨ ਲਾਲ ਜੀ ਲੁਧਿਆਣੇ ਤੋਂ ਤੁਹਾਡਾ ਉਹ ਤੁਹਾਡੀ ਪਾਰਟੀ ਦੇ ਖਿਲਾਫ ਸ਼ਰੇਆਮ ਖੜਾ ਹੁੰਦਾ ਨਜ਼ਰ ਆ ਰਿਹਾ। ਇਹ ਤੁਹਾਡੇ ਕੋਲ ਤਾਂ ਆਪਣਾ ਘਰ ਹੀ ਨਹੀਂ ਸਾਂਭਿਆ ਜਾ ਰਿਹਾ। ਤੁਸੀਂ ਮੇਰੀ ਗੱਲ ਨਹੀਂ ਪੂਰੀ ਹੋਣ ਦਿੱਤੀ। ਅਨਿਲ ਜੋਸ਼ੀ ਜੀ ਜਾਂ 1-2 ਲੀਡਰ ਹੋਰ ਨੇ ਜਿਨ੍ਹਾਂ ਨੇ ਆਪਣਾ ਵਿਰੋਧ ਪ੍ਰਗਟ ਕੀਤਾ। ਪਹਿਲੀ ਤਾਂ ਗੱਲ ਹੈ ਕਿ ਕਿਸਾਨ ਮੁੱਦੇ ਦੇ ਉੱਤੇ ਅਸੀਂ ਵੀ ਕਿਸਾਨਾਂ ਦੇ ਨਾਲ ਆ। ਕਿਹਦਾ ਅਗਰ ਪੰਜਾਬ ਦਾ ਮੁੱਦਾ ਇਕੱਲਾ ਬਣਾਇਆ ਜਾ ਰਿਹਾ ਵਾ ਤੇ ਇਹਦੇ ਪਿੱਛੇ ਕਈ ਹੋਰ ਤਾਕਤਾਂ ਨੇ। ਫਿਰ ਜੇ ਦੇਸ਼ ਦਾ ਮੁੱਦਾ ਹੈ ਤੇ ਫਿਰ ਠੀਕ ਹੈ, ਕਿਸਾਨੀ ਦਾ ਮੁੱਦਾ ਮੈਂ ਵੀ ਮੰਨਾਂਗਾ। ਔਰ ਜਿਹੜੇ ਸਾਡੇ ਲੋਕ ਜਿਨ੍ਹਾਂ ਨੇ ਸੱਤਾ ਦੇ ਵਿੱਚ ਰਹਿ ਕੇ ਤੇ ਸਾਰੀ ਤਾਕਤ ਵਰਤੀ, ਸਾਰੀ ਤਾਕਤ ਦੀ ਮੌਜ ਕੀਤੀ ਆ, ਉਹ ਅੱਜ ਸੰਘਰਸ਼ ਦੇ ਟਾਈਮ ਤੇ ਪਾਰਟੀ ਨੂੰ ਛੱਡ ਕੇ ਜਾ ਰਹੇ ਆ। ਤੇ ਮੈਨੂੰ ਲੱਗਦਾ ਉਹਨਾਂ ਨੇਤਾਵਾਂ ਨੂੰ ਸੋਚਣਾ ਚਾਹੀਦਾ ਕਿ ਜਿੱਦਣ ਜਿੰਦਾਬਾਦ ਹੋ ਰਹੀ ਹੁੰਦੀ ਆ, ਜਿੱਦਣ ਪਾਰਟੀ ਜਿੱਤ ਰਹੀ ਹੁੰਦੀ ਆ, ਉਦੋਂ ਤੇ ਫਿਰ ਸਾਰੇ ਹੀ ਸ਼ਾਮਲ ਹੋ ਜਾਂਦੇ ਆ। ਅੱਜ ਵਿਰੋਧ ਦੇ ਵਿੱਚ, ਅੱਜ ਨਾਰਾਜ਼ਗੀ ਦੇ ਵਿੱਚ ਲੋਕਾਂ ਨੂੰ ਸਮਝਾਉਣਾ
ਲੋਕਾਂ ਦੇ ਖਦਸ਼ੇ ਦੂਰ ਕਰਨਾ, ਇਹਨਾਂ ਕਿਸਾਨ ਵੀਰਾਂ ਨੂੰ ਘਰ ਘਰ ਜਾ ਕੇ ਸਮਝਾਉਣਾ ਅਸੀਂ ਕੀ ਦੱਸਣਾ ਚਾਹੁੰਦੇ ਆ, ਸਾਡੀ ਸਰਕਾਰ ਨੇ ਕਿਹੜਾ ਕਾਨੂੰਨ ਬਣਾਇਆ, ਉਹ ਕਿਹਦਾ ਕੰਮ ਆ, ਉਹ ਇਹਨਾਂ ਲੀਡਰਾਂ ਦਾ ਕੰਮ ਹੀ। ਲੇਕਿਨ ਹਰ ਬੰਦੇ 'ਚ ਉਨੀ ਤਾਕਤ ਨਹੀਂ ਹੁੰਦੀ, ਵਿਲ ਪਾਵਰ ਨਹੀਂ ਹੁੰਦੀ ਕਿ ਉਹ ਮੁਕਾਬਲਾ ਕਰ ਸਕੇ, ਉਹ ਕੰਮ ਕਰ ਸਕੇ। ਉਹ ਕਈ ਲੋਕ ਹੁੰਦੇ ਆ ਜਿਹੜੇ ਸੱਤਾ ਵੱਲ ਹੀ ਜਾਣਾ ਚੰਗਾ ਸਮਝਦੇ ਆ, ਉਹ ਸੱਤਾ ਦੇ ਵੱਲ ਹੀ ਜਾਂਦੇ ਆ। ਉਹਨਾਂ ਨੂੰ ਲੱਗਦਾ ਹੋਊਗਾ ਅੱਜ ਭਾਰਤੀ ਜਨਤਾ ਪਾਰਟੀ ਨਹੀਂ ਤੇ ਕੋਈ ਹੋਰ ਪਾਰਟੀ ਵੇਖ ਲਈਏ। ਮੈਨੂੰ ਲੱਗਦਾ ਬਸ ਇੰਨੀ ਸ਼ੈਲਾ ਜੀ, ਉਹਨਾਂ ਦਾ ਇਹ ਕਹਿਣਾ ਕਿ ਪੰਜਾਬ ਸਰਕਾਰ ਦੇ ਵਿੱਚ ਜਦੋਂ ਅਲਾਇੰਸ ਸੀ ਬੀਜੇਪੀ ਦੇ ਨਾਲ, ਜਦੋਂ ਪੰਜਾਬ ਸਰਕਾਰ ਦੇ ਕੁਝ ਗਲਤ ਫੈਸਲੇ ਹੁੰਦੇ ਸਨ, ਉਦੋਂ ਵੀ ਉਹ ਪੰਜਾਬ ਸਰਕਾਰ ਮੁੱਖ ਮੰਤਰੀ ਦੇ ਖਿਲਾਫ ਵੀ ਧਰਨਿਆਂ ਦੇ ਉੱਤੇ ਉਹ ਕਈ ਵਾਰੀ ਬੈਠੇ ਨੇ। ਅੱਜ ਜੇ ਭਾਰਤੀ ਜਨਤਾ ਪਾਰਟੀ ਨੇ ਗਲਤ ਫੈਸਲਾ ਲਿਆ ਤੇ ਮੈਂ ਪਾਰਟੀ ਦੇ ਵਿੱਚ ਰਹਿ ਕੇ ਮੁੱਦਾ ਉਠਾਇਆ ਸੀ, ਕਾਰਜਕਾਰੀ ਮੀਟਿੰਗ ਵਿੱਚ ਵੀ ਇਹ ਮੁੱਦਾ ਉਠਾਇਆ ਸੀ, ਪਰ ਜਦੋਂ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ। ਇਹ ਕਾਰਨ ਹੈ ਕਿ ਮੈਨੂੰ ਮੀਡੀਆ ਦੇ ਵਿੱਚ ਆ ਕੇ ਕਿਸਾਨਾਂ ਦਾ ਦਰਦ ਆ ਤੇ ਮੈਂ ਇਹ ਮੁੱਦਾ ਤਾਂ ਮੀਡੀਆ ਵਿੱਚ ਚੁੱਕਿਆ। ਹੈਰਾਨਗੀ ਹੁੰਦੀ ਆ ਜਦੋਂ ਮੇਰੇ ਵੱਡੇ ਵੀਰ ਗੱਲਾਂ ਕਰਦੇ ਨੇ, ਅਨਿਲ ਜੋਸ਼ੀ ਜੀ। ਮੈਨੂੰ ਨਹੀਂ ਲੱਗਦਾ ਕਦੀ ਇਹੋ ਜਿਹਾ ਦਰਦ ਉੱਠਿਆ। ਜੇ ਲੋਕਾਂ ਦਾ ਦਰਦ ਇਸ ਤਰ੍ਹਾਂ ਦਾ ਉੱਠਦਾ ਹੁੰਦਾ, ਜਿਸ ਦਿਨ ਸ਼ਹਿਰੀਆਂ ਦੇ ਉੱਤੇ ਪ੍ਰਾਪਰਟੀ ਟੈਕਸ ਲੱਗਾ ਸੀ ਉਸ ਦਿਨ ਦਰਦ ਉੱਠਣਾ ਚਾਹੀਦਾ ਸੀ। ਉਸ ਦਿਨ ਇਹ ਲੋਕਲ ਬੋਡੀ ਮੰਤਰੀ ਸੀ। ਜਿਸ ਦਿਨ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ 10 ਸਾਲ ਅਕਾਲੀਆਂ ਦੇ ਕੋਲ ਪਿੰਡਾਂ 'ਚ ਕੁੱਟ ਪੈਂਦੀ ਰਹੀ ਔਰ ਇਹ ਸੱਤਾ ਦੇ ਵਿੱਚ ਸੀਟ ਦੇ ਉੱਤੇ ਬੈਠੇ ਸੱਤਾ ਦਾ ਸੁੱਖ ਲੈਂਦੇ ਰਹੇ, ਇਹ ਉਦਣ ਸੱਤਾ ਛੱਡ ਕੇ ਬਾਹਰ ਆਉਂਦੇ। ਕੁੱਟ ਜਦੋਂ ਪੈਂਦੀ ਰਹੀ ਉਹ ਤੇ ਉਹਨਾਂ ਦੇ ਭਰਾ ਦੇ ਉੱਪਰ ਗੋਲੀਆਂ ਵੀ ਚੱਲੀਆਂ, ਹਮਲੇ ਵੀ ਹੋਏ, ਤੇ ਉਹ ਕਹਿੰਦੇ ਕਿ ਮੈਂ ਤੇ ਇਹ ਜਿਹੜਾ ਜੁਰਮ ਹੈ ਤਸ਼ੱਦਦ ਆਪਣੇ ਪਰਿਵਾਰਕ ਤੌਰ ਤੇ ਵੀ ਮੈਂ ਝੱਲਿਆ, ਮੈਂ ਉਦੋਂ ਵੀ ਵਿਰੋਧ ਕਰਦਾ ਰਿਹਾ। ਸਿਰਫ ਉਸੇ ਦਿਨ ਵਿਰੋਧ ਕੀਤਾ ਜਿਸ ਦਿਨ ਆਪਣੇ ਭਰਾ ਦੇ ਉੱਤੇ ਹੋਇਆ ਸੀ। ਉਸ ਤਰ੍ਹਾਂ ਕਿਉਂ ਨਹੀਂ ਵਿਰੋਧ ਕੀਤਾ ਕਦੀ ਹੋਰ ਕਿਸੇ ਵਰਕਰ ਤੇ? ਪੂਰੇ ਪੰਜਾਬ 'ਚ ਉਦਾਹਰਨ ਦੇ ਦੇਣ, ਅਸੀਂ ਵੀ ਮੰਨ ਲੈਂਦੇ ਹਾਂ, ਸਾਰੇ ਮੰਨ ਲੈਣਗੇ ਵੀ ਇਹ ਬਠਿੰਡੇ, ਪਟਿਆਲੇ, ਕੋਈ ਲੁਧਿਆਣੇ, ਕਿਤੇ ਜਲੰਧਰ, ਸਿਰਫ ਤਰਨਤਾਰਨ ਨਹੀਂ ਨਾ ਹੁੰਦਾ, ਸਾਰੇ ਪੰਜਾਬ 'ਚ ਹੁੰਦਾ ਰਿਹਾ ਤਸ਼ੱਦਦ। ਉਦੋਂ ਵੀ ਬੋਲਦੇ, ਉਦੋਂ ਗੱਲ ਕਰਦੇ, ਫਿਰ ਅਸੀਂ ਮੰਨਦੇ। ਜਦੋਂ ਤਰਨਤਾਰਨ ਇਹਨਾਂ ਦੇ ਭਰਾ 'ਤੇ ਹਮਲਾ ਹੋਇਆ ਤੇ ਸ਼ਾਇਦ ਪਹਿਲੇ 20 ਦੇ ਵਿੱਚ ਪਹੁੰਚਣ ਵਾਲੇ 'ਚ ਮੈਂ ਵੀ ਸੀ। ਮੈਂ ਉੱਥੇ 5 ਦਿਨ 7 ਦਿਨ ਰਹਿ ਕੇ ਇਲੈਕਸ਼ਨ ਲੜ ਕੇ ਆਇਆ। ਮੇਰੇ ਸਾਥੀ ਇਲੈਕਸ਼ਨ ਲੜੇ, ਅੰਮ੍ਰਿਤਸਰ ਤੋਂ ਵੀ ਲੋਕ ਗਏ, ਵਰਕਰ ਗਏ। ਉਹ ਤਾਂ ਸਾਡੇ ਪਰਿਵਾਰ 'ਤੇ ਹਮਲਾ ਸੀ ਔਰ ਅਸੀਂ ਉਹਦੇ ਡਟ ਕੇ ਉਹਦੀ ਵਿਰੋਧ 'ਚ ਖੜੇ ਰਹੇ ਹਾਂ। ਲੇਕਿਨ ਗੱਲ ਇਹ ਆ, ਜਦੋਂ ਸ਼ਹਿਰੀਆਂ ਦੇ ਉੱਤੇ ਵਪਾਰੀਆਂ, ਵੇਖੋ ਸਾਹੀ ਇਲੈਕਸ਼ਨਾਂ ਲੜਦੇ ਸੀ ਸ਼ਹਿਰ 'ਚ, ਸਾਡੇ ਲੋਕਲ ਬੋਡੀ ਮੰਤਰੀ ਬਣੇ ਸੀ ਸ਼ਹਿਰ ਦੇ, ਸਾਡੀਆਂ ਕਾਰਪੋਰੇਸ਼ਨਾਂ, ਸਾਡੇ ਟਰਸਟ, ਜਿਨ੍ਹਾਂ ਦਾ ਕੋਈ ਸੁਣਵਾਈ ਨਹੀਂ ਹੋਈ। ਸ਼ਹਿਰ ਦੇ ਮੇਅਰ ਦੇ ਨਾਲ 5 ਸਾਲ ਸਾਡੀ ਲੜਾਈ ਰਹੀ, ਸ਼ਹਿਰ ਦੇ ਟਰਸਟ ਦਾ ਚੇਅਰਮੈਨ 8 ਮਹੀਨੇ ਵਾਸਤੇ ਬਣਿਆ, ਸਾਡੀ ਉਹਨਾਂ ਨਾਲ ਲੜਾਈ ਰਹੀ। ਅਸੀਂ ਬਾਕੀ ਗੱਲਾਂ ਕਰਦੇ ਪਏ ਹਾਂ। ਅਸੀਂ ਪਹਿਲਾਂ ਪ੍ਰਾਪਰਟੀ ਟੈਕਸ ਲਾਇਆ, ਪਾਵਰ ਟੋਰਨੀਆਂ ਬੰਦ ਕੀਤੀਆਂ, ਜਿਹੜੀਆਂ ਕਲੋਨੀਆਂ ਸੀ ਰੈਗੂਲਾਈਜੇਸ਼ਨ ਦੇ ਉੱਤੇ, ਉਹਨਾਂ ਦੇ ਉੱਤੇ ਧੱਕੇ ਨਾਲ ਟੈਕਸ ਲਗਾਏ ਗਏ, ਉਹਨਾਂ ਨੂੰ ਬੰਦ ਕਰਾਇਆ ਗਿਆ। ਜਿਹੜੇ ਰਜਿਸਟਰੀ ਰੇਟ ਸੀ ਉਹ 2-2 ਗੁਣਾ 3-3 ਗੁਣਾ ਕਰਤੇ ਗਏ, ਜਿਹਦੇ ਨਾਲ ਪ੍ਰਾਪਰਟੀ ਜਿਹੜਾ ਕਾਰੋਬਾਰ ਸੀ ਉਹ ਖਤਮ ਹੋ ਗਿਆ। ਆਪਾਂ ਨੂੰ ਉਦੋਂ ਦਰਦ ਨਹੀਂ ਆਇਆ। 3 ਸਾਲ ਮੇਰੇ ਭਰਾਵਾਂ ਨੇ, ਹੋਟਲਾਂ ਵਾਲਿਆਂ ਨੇ ਸੜਕਾਂ 'ਤੇ ਰੁਲ ਕੇ ਲੇਟ ਕੇ ਆਪਣੀਆਂ ਇਸ ਹੋਟਲ ਬਚਾਉਣ ਵਾਸਤੇ ਇਹਨਾਂ ਦੇ ਕੋਲ ਫਰਿਆਦਾਂ ਕੀਤੀਆਂ, ਇਹਨਾਂ ਦੇ ਦਫ਼ਤਰਾਂ ਦੇ ਬਾਹਰ ਧਰਨੇ ਲਾਏ, ਇਹਨਾਂ ਦੇ ਦਫ਼ਤਰਾਂ ਦੇ ਬਾਹਰ ਜਾ ਕੇ ਤੇ ਬਹਿੰਦੇ ਰਹੇ। ਆਪਾਂ ਨੂੰ ਉਦੋਂ ਕੋਈ ਦਰਦ ਨਹੀਂ ਆਇਆ। 120 ਮੁਲਾਜ਼ਮ ਕਾਰਪੋਰੇਸ਼ਨ, ਤੁਹਾਨੂੰ ਯਾਦ ਹੋਣਾ ਕਿੰਨਾ ਮੁੱਦਾ ਰਿਹਾ। ਅੰਮ੍ਰਿਤਸਰ ਸ਼ਹਿਰ ਦੇ ਉਹ ਬੱਚੇ ਸੀ 120, ਆਪਣੇ ਕੋਲ ਪੱਕੇ ਨਹੀਂ ਹੋਏ। ਆਪਾਂ ਨੂੰ TS ਪ੍ਰੋਜੈਕਟ ਜਿਹੜਾ ਆਇਆ, ਇਹਨੇ ਅੰਮ੍ਰਿਤਸਰ ਸ਼ਹਿਰ ਦਾ ਸਤਿਆਨਾਸ਼ ਕਰਤਾ। 35,000 ਰਜਿਸਟਰਡ ਆਟੋ ਵਾਲਾ ਔਰ ਲਗਭਗ 15 ਤੋਂ 20 ਹਜ਼ਾਰ ਜਿਹੜੇ ਲੋਕ ਰੋਜ਼ 200-300 ਰੁਪਏ ਕਿਰਾਏ ਤੇ ਆਟੋ ਲੈ ਕੇ ਚਲਾਉਂਦੇ ਨੇ, ਉਹਨਾਂ ਦੇ ਬੱਚੇ ਭੁੱਖੇ ਮਰਨ ਲਾਤੇ, ਉਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋ ਗਏ। ਉਹਨਾਂ ਆਟੋ ਵਾਲਿਆਂ ਦਾ, ਉਹਨਾਂ ਟੈਕਸੀਆਂ ਵਾਲਿਆਂ ਦਾ, ਉਹਨਾਂ ਮਿੰਨੀ ਬੱਸਾਂ ਵਾਲਿਆਂ ਦਾ ਸਾਨੂੰ ਦਰਦ ਨਹੀਂ ਆਇਆ। ਉਹ ਤਾਂ ਸਾਡੇ ਸ਼ਹਿਰ ਦੇ ਸੀ, ਆਪਾਂ ਹੀ ਲੋਕਲ ਬੋਡੀ ਮੰਤਰੀ ਸੀ, ਉਹਦਾ ਤੇ ਆਪਾਂ ਹੀ ਹੱਲ ਕਰਨਾ ਸੀ ਨਾ। ਇਹ ਕਿਸਾਨੀ ਮੁੱਦਾ ਤੇ ਪੂਰੇ ਹਿੰਦੁਸਤਾਨ ਦਾ ਮੁੱਦਾ, ਮੈਂ ਵੀ ਉੱਠ ਕੇ ਕਹੀ ਜਾਵਾਂ ਨਹੀਂ ਜੀ ਇਸ ਤਰ੍ਹਾਂ ਨਹੀਂ ਹੋਇਆ, ਉਸ ਤਰ੍ਹਾਂ ਨਹੀਂ ਹੋਇਆ। ਜਿਹਦੇ ਕੋਲ ਜਿਹੜੀ ਪੋਸਟ ਤੇ ਬੈਠਾ ਉਹਨੇ ਹੀ ਹੱਲ ਕਰਨਾ। ਅਸੀਂ ਆਪਣਾ ਵੇਖੀਏ ਵੀ ਅਸੀਂ ਨਹੀਂ ਕਰ ਸਕੇ। ਔਰ ਤੁਸੀਂ ਜਿਹੜੀ ਗੱਲ ਕਹੀ ਨਾ 3 ਤੇ ਰਹਿ ਗਈ, 2 ਤੇ ਰਹਿ ਗਈ ਪਾਰਟੀ, ਇਹ ਲੋਕਲ ਬੋਡੀ ਮੰਤਰੀ ਸੀ ਪੰਜਾਬ ਦੇ, ਇਹ ਦੱਸਣ ਪਾਰਟੀ 3 ਤੇ ਕਿਉਂ ਰਹਿ ਗਈ? ਜੇ ਏਡੇ ਵਿਕਾਸਪੁਰ ਸੀ, ਇੰਨਾ ਕੰਮ ਕਰਾਇਆ ਇਹਨਾਂ ਨੇ ਸ਼ਹਿਰ ਦੇ ਵਿੱਚ, ਇਹਨਾਂ ਸ਼ਹਿਰਾਂ 'ਚ ਡਿਵੈਲਪਮੈਂਟ ਕਰਾਈ ਸੀ, ਤੇ ਪਾਰਟੀ ਇੱਥੇ ਸਿਕੜ ਕੇ ਕਿਉਂ ਰਹਿ ਗਈ? ਅੱਜ ਆਪਾਂ ਨਿਕਲਣ ਲੱਗੇ ਘਰੋਂ ਬਾਹਰ। ਅੱਜ ਅਵਿਨਾਸ਼ ਸ਼ੈਲਾ ਜੀ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਏ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਕਮੀਆਂ ਨੇ ਉਹ ਅਨਿਲ ਜੋਸ਼ੀ ਦੇ ਉੱਤੇ ਥੋਪਦੇ ਨਜ਼ਰ ਕਿਉਂ ਆ ਰਹੇ? ਕੀ ਗੱਲ ਪਾਰਟੀ ਇਹਨਾਂ ਸਾਰੇ ਕੰਮਾਂ ਦੇ ਲਈ ਜ਼ਿੰਮੇਵਾਰ ਨਹੀਂ ਨਾਲ? ਦੇਖੋ, ਜਿਸ ਤਰ੍ਹਾਂ ਅੱਜ ਇਹ ਕਹਿ ਰਹੇ ਆ ਵੀ ਜੇ ਕਿਸਾਨੀ ਅੰਦੋਲਨ ਵਿਗੜ ਗਿਆ ਤੇ ਉਹਦੇ ਵਾਸਤੇ ਜਿਹੜੇ 4 ਬੰਦੇ 5 ਬੰਦੇ ਸਿਕਿਉਰਟੀਆਂ ਲੈ ਕੇ ਬੈਠੇ ਆ, ਉਹਨਾਂ ਦੇ ਸਿਰ ਤੇ ਆ। ਤੇ ਜਦੋਂ ਇਹ ਸਿਕਿਉਰਟੀਆਂ ਲੈ ਕੇ ਬੈਠੇ ਸੀ, ਜਦੋਂ ਇਹ ਸੱਤਾ 'ਚ ਬੈਠੇ, ਫਿਰ ਇਹਨਾਂ ਦੇ ਸਿਰ ਤੇ ਹੀ ਆਉਣਾ ਨਾ ਜੀ। ਫਿਰ ਆਪਾਂ ਹੁਣ ਗਲੀ ਦੇ ਮਹੱਲੇ ਦੇ ਪ੍ਰਧਾਨ ਨੂੰ ਜਾਂ ਕਾਉਂਸਲਰ ਨੂੰ ਤਾਂ ਜ਼ਿੰਮੇਵਾਰ ਨਹੀਂ ਨਾ ਠਹਿਰਾ ਸਕਦੇ। ਜੋ ਇਹ ਕਰਦੇ ਪਏ ਆ, ਇਹੋ ਹੀ ਇਹਨਾਂ ਦੇ ਉੱਤੇ ਵੀ ਲਾਗੂ ਹੁੰਦਾ। ਫਿਰ ਇਹਨਾਂ ਨੇ ਕਿਉਂ ਨਹੀਂ ਹੱਲ ਕੀਤੇ? ਅੱਜ ਹਾਸ਼ੀਏ ਤੇ ਪਾਰਟੀ ਆ। ਜੇ ਇਹਨਾਂ ਦੇ ਇਹ ਵਿਕਾਸ ਪੁਰਸ਼ ਹੀ ਇਹਨਾਂ ਨੇ ਇੰਨੇ ਕੰਮ ਕਰਾਏ ਸੀ, ਤੇ ਫਿਰ ਤਾਂ ਪਾਰਟੀ 18 ਕਈਆਂ ਜੋ 18-19 ਜਿੱਤਦੀ ਰਹੀ, 22 ਜਿੱਤਣੀਆਂ ਚਾਹੀਦੀਆਂ, 23 ਜਿੱਤਣੀਆਂ ਚਾਹੀਦੀਆਂ।
ਇਹਨਾਂ ਦੇ ਉੱਤੇ ਵੀ ਉਹੀ ਲਾਗੂ ਹੋਣਾ। ਇਹੋ ਵੀ ਸਿਕਿਉਰਟੀਆਂ ਲੈ ਕੇ ਬੈਠੇ ਰਹੇ, ਇਹ ਵੀ ਉਸ ਤਰ੍ਹਾਂ ਹੀ ਸੱਤਾ ਦਾ ਸੁੱਖ ਭੋਗਦੇ ਰਹੇ। ਅੱਜ ਪਾਰਟੀ ਇਹਨਾਂ ਨੂੰ ਨਹੀਂ ਇੱਕ ਜਗ੍ਹਾ ਤੇ ਕੋਈ ਪੋਸਟ ਮਿਲਦੀ ਪਈ ਤੇ ਅੱਜ ਆਪਾਂ ਪਾਰਟੀ ਦਾ ਵਿਰੋਧ ਕਰਨ ਲੱਗ ਪਏ। ਅਨਿਲ ਜੋਸ਼ੀ ਜੀ ਦੇ ਪੱਖ ਵੱਲੋਂ ਉਹਨਾਂ ਦੇ ਕੁਝ ਬੁਲਾਰੇ ਜਾਂ ਉਹਨਾਂ ਦੇ ਕੋਈ ਸਾਥੀ ਇਹਨਾਂ ਗੱਲਾਂ ਦਾ ਜਵਾਬ ਦਿੰਦੇ ਵੀ ਨਜ਼ਰ ਆਉਂਦੇ। ਆਉਣ ਵਾਲੇ ਸਮੇਂ 'ਚ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਤੁਹਾਡੇ ਸਾਰੇ ਸਵਾਲ ਜਿਹੜੇ ਤੁਸੀਂ ਸਾਡੇ ਚੈਨਲ ਨਾਲ ਕੀਤੇ ਆਪਾਂ ਉਹਨਾਂ ਦੇ ਅੱਗੇ ਰੱਖਾਂਗੇ, ਇਹਨਾਂ ਦਾ ਜਵਾਬ ਲੈਣ ਦੀ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ। ਉਹਨਾਂ ਵੱਲੋਂ ਇੱਕ ਸਵਾਲ ਇਹ ਬਾਹਰ ਹੁੰਦਾ ਕਿ ਅਨਿਲ ਜੋਸ਼ੀ ਜੀ ਨੇ ਉਸ ਵਕਤ ਸਿਰਫ ਅੰਮ੍ਰਿਤਸਰ ਨਾਰਥ ਦੇ ਨਹੀਂ ਪੂਰੇ ਦੇ ਪੂਰੇ ਪੰਜਾਬ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਰਕੇਸ਼ ਗਿੱਲ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਸੀ ਓਮ ਪਾਰਕ ਦਾ, ਸ਼ਾਇਦ ਉਹ ਨਾਮ ਲੈਂਦੇ ਨੇ ਓਮ ਪਾਰਕ ਦੇ ਵਿੱਚ। ਉੱਥੇ ਕਹਿੰਦੇ ਨੇ ਕਿ 341 ਕਰੋੜ ਦਾ ਕੋਈ ਉਹਨਾਂ ਨੇ ਫੰਡ ਦਿੱਤਾ ਸੀ ਪੂਰੇ ਪੰਜਾਬ ਜਾਂ ਜ਼ਿਲ੍ਹੇ ਅੰਮ੍ਰਿਤਸਰ ਦੇ ਵਿਕਾਸ ਦੇ ਲਈ। ਉੱਥੇ ਜਿਹੜੇ ਸਨ ਤੁਸੀਂ ਵੀ ਉੱਥੇ ਮੌਜੂਦ ਹੋਣੇ ਚਾਹੀਦੇ ਸੀ। ਤੁਹਾਡੇ ਵੀ ਕਹਿੰਦੇ ਕਿ ਪੋਸਟਰਾਂ ਦੇ ਉੱਤੇ ਫੋਟੋਆਂ ਲੱਗੀਆਂ ਸਨ, ਪਰ ਅਵਿਨਾਸ਼ ਸ਼ਾਲਾ ਜੀ ਉੱਥੇ ਕਿਸੇ ਨਾਰਾਜ਼ਗੀ ਦੇ ਕਾਰਨ ਕਿਉਂ ਨਹੀਂ ਪਹੁੰਚੇ? ਇਹਦੇ ਨਾਲ ਇੱਕ ਦੂਜਾ ਸਵਾਲ ਇਹ ਹੈ ਕਿ ਕਹਿੰਦੇ ਨੇ ਕਿ ਉਹ ਪ੍ਰੋਗਰਾਮ ਤੋਂ ਬਾਅਦ ਮੁੜ ਕੇ ਅਵਿਨਾਸ਼ ਸ਼ਾਲਾ ਜੀ ਨੇ ਉਸ ਤੋਂ ਅਗਲੇ ਦਿਨ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਦਾ ਪੁਤਲਾ ਜਿਹੜਾ ਛਿਹਾੜਾ ਚੌਂਕ ਦੇ ਵਿੱਚ ਫੂਕਿਆ ਸੀ। 341 ਕਰੋੜ ਰੁਪਏ ਉਹ ਦੇ ਰਹੇ ਤੇ ਤੁਸੀਂ ਉਹਨਾਂ ਦਾ ਪੁਤਲਾ ਫੂਕਦੇ ਪਏ ਜੇ। ਕੋਈ ਗੱਲ ਸਮਝ ਨਹੀਂ ਆਉਂਦੀ, ਸਮਝਾਓ ਦਰਸ਼ਕਾਂ ਨੂੰ ਥੋੜ੍ਹਾ ਜਿਹਾ। ਇਹ ਜਿਹੜੀ ਵਾਰਡ ਦੀ ਤੁਸੀਂ ਗੱਲ ਕੀਤੀ, ਜਿਹੜਾ ਤੁਸੀਂ ਐਪੀਸੋਡ ਕਿਹਾ, ਮੇਰੀ ਪਤਨੀ ਜਿਹੜੀ ਆ ਉਹ ਇੱਥੋਂ ਪਾਰਸ਼ਦ ਸੀ, ਰਜਨੀ ਸ਼ਰਮਾ, ਵਾਰਡ ਨੰਬਰ 63 ਤੋਂ। ਲੇਕਿਨ ਅਨਿਲ ਜੋਸ਼ੀ ਦੇ ਕੁਝ ਰਿਸ਼ਤੇਦਾਰ ਜਿਹੜੇ ਮੂੰਹ ਬੋਲੇ ਆ, ਉਹ ਇੱਥੇ ਸਾਡੀ ਵਾਰਡ 'ਚ ਇੰਟਰਫੇਰੈਂਸ ਕਰਦੇ ਸੀ। ਇਹ ਮਹੂਰਤ ਵੀ ਉਹਨਾਂ ਨੇ ਰਖਵਾਇਆ ਸੀ। ਦੇਖੋ, ਜਦੋਂ ਪਾਰਟੀ ਦਾ ਪ੍ਰੋਗਰਾਮ ਆ, ਪਾਰਟੀ ਨੇ ਮੰਤਰੀ ਬਣਾਇਆ ਵਾ, ਤੇ ਫਿਰ ਪਾਰਟੀ ਨੂੰ ਨਾਲ ਲੈ ਕੇ ਚੱਲਣਾ ਨਾ। ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਚੱਲੋਗੇ ਤੇ ਫਿਰ ਕੀ ਹੋਊਗਾ? ਅੱਜ ਆਪਾਂ ਹਾਸ਼ੀਏ 'ਤੇ ਇਹਨਾਂ ਕਾਰਨਾਂ ਕਰਕੇ ਹੀ ਆ। ਉਸ ਦਿਨ ਜਿਹੜਾ ਫੰਕਸ਼ਨ ਰੱਖਿਆ ਗਿਆ ਸੀ ਉਹਦੀ ਸਾਨੂੰ ਸੂਚਨਾ ਨਹੀਂ ਦਿੱਤੀ ਗਈ ਕਿ ਜ਼ਿਲ੍ਹਾ ਪ੍ਰਧਾਨ ਜੀ ਨਹੀਂ ਆਏ ਉਸ ਪਾਰਟੀ ਦੇ ਉਸ ਪ੍ਰੋਗਰਾਮ ਦੇ ਵਿੱਚ। ਮੇਅਰ ਬਖਸ਼ੀ ਰਾਮ ਅਰੋੜਾ ਜੀ ਉਸ ਟਾਈਮ ਮੌਜੂਦਾ ਮੇਅਰ ਸੀ, ਉਹ ਨਹੀਂ ਆਏ ਉਸ ਪ੍ਰੋਗਰਾਮ ਦੇ ਵਿੱਚ। ਤੇ ਫਿਰ ਇੱਕ ਮੰਤਰੀ ਆ ਕੇ ਉਸ ਇਲਾਕੇ ਦਾ ਕਾਉਂਸਲਰ ਨਹੀਂ ਆ ਰਿਹਾ। ਮੈਂ ਉਸ ਟਾਈਮ ਯੂਥ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਪ੍ਰਧਾਨ ਸੀ, ਮੈਂ ਨਹੀਂ ਜਾ ਰਿਹਾ। ਤੇ ਫਿਰ ਕੋਈ ਆਪਣੇ ਰਿਸ਼ਤੇਦਾਰ ਜਿਨ੍ਹਾਂ ਕੋਲ ਕੋਈ ਪੋਸਟ ਨਹੀਂ ਆ, ਉਹ ਪ੍ਰੋਗਰਾਮ ਤੇ ਮਹੂਰਤ ਕਿਸ ਤਰ੍ਹਾਂ ਕਰ ਸਕਦੇ? ਮੰਤਰੀ ਕਿਸ ਤਰ੍ਹਾਂ ਅਸੀਂ ਉਸ ਵਿਰੋਧ ਦੇ ਵਿੱਚ ਉਸੇ ਦਿਨ ਹੀ ਪਾਰਟੀ ਤੋਂ ਪੁੱਛ ਕੇ ਪਾਰਟੀ ਨੇ ਕਿਹਾ ਵੀ ਜੇ ਕਰਦਾ ਪਿਆ ਤੇ ਅਸੀਂ ਕਿਹਾ ਫਿਰ ਅਸੀਂ ਵੀ ਆਪਣਾ ਵਿਰੋਧ ਜਿਹੜਾ ਦਰਜ ਜ਼ਰੂਰ ਕਰਾਵਾਂਗੇ। ਸਾਡੀ ਲੜਾਈ ਪਾਰਟੀ ਦੇ ਵਿੱਚ ਆ। ਲੇਕਿਨ ਇਹ ਜਿਹੜੀ ਹੰਕਾਰ ਸੀ ਨਾ, ਉਹ ਹੰਕਾਰ ਦਾ ਜਵਾਬ ਤੁਸੀਂ ਇਹ ਵੇਖੋ ਵੀ ਅਸੀਂ ਕਿਹਾ ਇੰਨੇ ਵਿਕਾਸ ਦੇ ਕੰਮ ਕੀਤੇ, ਲੇਕਿਨ ਆਪਣੇ ਸਾਰੀ ਟੀਮ ਵੇਖੋ, ਅਸੀਂ ਵੀ ਮਿੱਤਰ ਸੀ, ਭਰਾਵਾਂ ਵਰਗਾ ਪਿਆਰ ਸੀ ਸਾਡਾ। ਇਸ ਤਰ੍ਹਾਂ ਹੀ ਪੱਪੂ ਮਾਜਨ ਜੀ, ਅਨੂ ਸਿੱਕਾ ਜੀ, ਮਤਲਬ ਕਿੰਨੇ ਹੀ ਨਾਮ ਨੇ ਨਾਰਥ ਹਲਕੇ ਦੇ ਵਿੱਚ ਵੀ, ਅੰਮ੍ਰਿਤਸਰ ਸ਼ਹਿਰ 'ਚ ਵੀ। ਜਿਹੜੇ ਲੋਕ ਨਾਲ ਸੀ ਉਹ ਨਾਰਾਜ਼ ਹੁੰਦੇ ਗਏ। ਔਰ ਜਿਹੜੇ ਅਨਿਲ ਜੋਸ਼ੀ ਜੀ ਲਗਾਤਾਰ 2 ਵਾਰ ਜਿੱਤ ਰਹੇ ਸੀ, ਪਿਛਲੀ ਵਾਰੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਲੋਕ ਆਪਣੀ ਪਾਰਟੀ ਆਪਣੇ ਕੀ ਕਾਰਨ ਸ਼ਾਲਾ ਜੀ ਤੁਸੀਂ ਐਡੀ ਤਕੜੀ ਟੀਮ ਦਾ ਨਾਮ ਲੈ ਰਹੇ ਜੇ? ਤੁਸੀਂ ਪੱਪੂ ਮਾਜੀ ਦਾ ਨਾਮ ਲਿਆ ਵਾ, ਗੌਤਮ ਅਰੋੜਾ ਜੀ ਦਾ ਨਾਮ ਉਹਨਾਂ ਦੇ ਤੁਹਾਡੇ ਵੱਲੋਂ ਲਿਆ ਗਿਆ ਸੀ, ਤੁਹਾਡਾ ਵੀ ਨਾਮ ਲਿਆ ਗਿਆ। ਤੁਸੀਂ ਹੁਣ ਇੱਕ ਕੌਂਸਲਰ ਸਿੱਕਾ ਜੀ ਦਾ ਵੀ ਨਾਮ ਲਿਆ। ਤੁਸੀਂ ਇੱਥੋਂ ਤੱਕ ਵੀ ਕਹਿਤਾ ਕਿ ਭਾਰਤੀ ਜਨਤਾ ਪਾਰਟੀ ਕੋਈ ਇਜਾਜ਼ਤ ਲੈ ਕੇ ਤੁਸੀਂ ਪੁਤਲਾ ਫੂਕਣ ਤੱਕ ਦਾ ਵੀ ਅਸੀਂ ਨਹੀਂ ਦੱਸਿਆ, ਸਭ ਕੁਝ ਦੱਸਿਆ। ਚਲੋ ਦੱਸਿਆ, ਪਰ ਤੁਹਾਨੂੰ ਉਹਨਾਂ ਵੱਲੋਂ ਹੁਕਮ ਹੋ ਗਿਆ ਕਿ ਪੁਤਲਾ ਸਾੜ ਦੋ, ਕੋਈ ਚੱਕਰ ਨਹੀਂ। ਉਹਨਾਂ ਡੱਕਿਆ ਨਹੀਂ ਤੁਹਾਨੂੰ? ਜੇ ਇਹ ਆਪਣੀ ਮਨਮਾਨੀ ਕਰਦੇ ਪਏ ਆ ਤੇ ਫਿਰ ਸਭ ਨੂੰ ਹੱਕ ਆ। ਮਤਲਬ ਇਹ ਧੜਾ ਟੁੱਟਣ ਦਾ ਕਾਰਨ ਕੀ ਸੀ? ਪਹਿਲਾਂ ਤਾਂ ਇਹ ਦੱਸੋ। ਇੱਕ ਸਵਾਲ ਹੋਰ ਆ, ਮੈਂ ਬਾਅਦ ਚ ਕਰਾਂ। ਧੜਾ ਟੁੱਟਣ ਦਾ ਕਾਰਨ ਕੀ? ਅਨਿਲ ਜੋਸ਼ੀ ਮੈਂ ਤੇ ਇਹ ਬੇਨਤੀ ਕਰੂੰਗਾ ਤੁਹਾਨੂੰ ਕਿ ਇਹ ਸਾਰੀਆਂ ਗੱਲਾਂ ਅਸੀਂ ਇਸ ਕਰਕੇ ਕਰਦੇ ਹਾਂ। ਹੋਰ ਇੱਕ ਗੱਲ ਐਡ ਕਰਦਾ ਹਾਂ। ਗੌਤਮ ਅਰੋੜਾ ਜੀ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਅਨਿਲ ਜੋਸ਼ੀ ਇੱਕ ਹੰਕਾਰਿਆ ਹੋਇਆ ਨੇਤਾ ਵਾ। ਇਹ ਕਾਰਨ ਹੈ ਕਿ ਅਸੀਂ ਉਹ ਤੋਂ ਹੁਣ ਪਿੱਛੇ ਰਹਿ ਰਹੇ ਹਾਂ। ਉਹਦਾ ਸਵਾਲ ਦਾ ਜਵਾਬ ਉਹ ਦੇ ਚੁੱਕੇ ਨੇ, ਮੈਂ ਉਹਨਾਂ ਨੂੰ ਇੰਟਰਵਿਊ ਕਰ ਚੁੱਕਾ ਵਾਂ। ਤੁਸੀਂ ਆਪਣਾ ਪੱਖ ਦੱਸੋ ਕਿ ਕੀ ਕਾਰਨ ਹੈ ਅਨਿਲ ਜੋਸ਼ੀ ਦਾ? ਨਾ ਤੁਹਾਡਾ ਤੁਸੀਂ ਕਿਹਾ ਕਿ ਤਰਨਤਾਰਨ ਗੋਲੀਆਂ ਚੱਲੀਆਂ ਤੇ ਮੈਂ ਪੂਰੀ ਟੀਮ ਨਾਲ ਉੱਥੇ ਮੌਜੂਦ ਸਾਂ। ਫਿਰ ਅੱਜ ਕੀ ਕਾਰਨ ਹੈ ਕਿ ਅਵਿਨਾਸ਼ ਸ਼ਾਲਾ ਜੀ ਅਨਿਲ ਜੋਸ਼ੀ ਦੇ ਵਿਰੋਧੀ ਹੀ ਖੜੇ ਨਜ਼ਰ ਆ ਰਹੇ ਨੇ? मैं किसी को मतलब ही कहूँ, मुझे ये क्या हक है? मैं तो खुद भगवान को मुसीबत में याद करता हूँ। मैं उन्होंने क्यों कहांगा, सारे शहर नूं पता, सारे पार्टी नूं पता है कि जो पिछे होया। लेकिन मैं अज भी जड़ियाँ कमियां दसियां, मैं इस करके नहीं दसियां कि मैं कोई अनिल जोशी का विरोधी हाँ जां मैं पार्टी तो मेरे दुख का कारण ये आ, मेरी नाराज़गी का कारण अज ये आ कि आपां ਪੰਜਾਬ ਪ੍ਰਧਾਨ ਪੰਜਾਬ ਦੀ ਟੀਮ ਨੂੰ ਆਪਾਂ ਜਿਹੜੇ ਸਵਾਲ ਕਰ ਰਹੇ ਪਏ ਆ, ਜਦੋਂ ਤੁਹਾਨੂੰ ਇਹ ਕੋਈ ਸਵਾਲ ਕਰਦਾ ਤੇ ਫਿਰ ਤੁਹਾਡੇ ਬੰਦੇ ਉੱਠ ਕੇ ਹੋਰ ਇਸ ਤੋਂ ਅੱਗੇ ਜਾ ਕੇ ਜੀ ਪਰਸਨਲੀ ਲੋਕਾਂ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰ ਦਿੰਦੇ ਆ, ਤੜੀਆਂ ਲਾਉਣ ਲੱਗ ਪੈਂਦੇ, ਭਾਜੀਆਂ ਮੁੜਨ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ। ਗੱਲ ਇਹ ਆ ਕਿ ਉਹ ਜਿਹੜੀਆਂ ਚੀਜ਼ਾਂ ਨੇ ਉਹ ਇਹਨਾਂ ਨੂੰ ਆਪਸ ਠੀਕ ਕਰਨੀਆਂ ਪੈਣੀਆਂ। ਜੇ ਇਹਨਾਂ ਕੋਲ ਪਿਛਲੀਆਂ ਕਮੀਆਂ ਰਹੀਆਂ ਸੀ ਉਹਦੇ ਕਰਕੇ ਪਾਰਟੀ ਹਾਰੀ, ਇਹ ਆਪ ਹਾਰੇ। ਆਪਾਂ ਉਹਨਾਂ ਕਮੀਆਂ ਨੂੰ ਠੀਕ ਕਰੀਏ। ਅੱਜ ਅੱਗੇ 8 ਮਹੀਨਿਆਂ 'ਚ ਇਲੈਕਸ਼ਨ ਆ। ਜੇ ਅਸੀਂ ਇਸੇ ਮੈਚ ਰਹੇ, ਇਸੇ ਹੰਕਾਰ 'ਚ ਰਹੇ ਤੇ ਮੈਨੂੰ ਲੱਗਦਾ ਵੀ ਇਹ ਅੱਜ ਵੀ ਜਦੋਂ ਜਿਹੜੇ ਇਹਨਾਂ ਮੁੱਦੇ ਚੁੱਕੇ ਨਾ ਉਹਦੇ ਨਾਲ ਪਾਰਟੀ ਦਾ ਨੁਕਸਾਨ ਹੀ ਹੋਇਆ। ਕਿਸਾਨਾਂ ਦੀ ਗੱਲ ਕਰਨਾ ਮਾੜੀ ਗੱਲ ਨਹੀਂ, ਲੇਕਿਨ ਆਪਾਂ ਆਪਣੀ ਪਾਰਟੀ ਦੇ ਸਵਾਲ ਚੁੱਕਣ ਲੱਗ ਪਏ। ਅੱਜ 15 ਦੇ 20 ਦਿਨ ਹੋ ਗਏ ਆ, ਆਪਾਂ ਕਿਉਂ ਨਹੀਂ ਨਿਕਲੇ? ਹੁਣ ਫਿਰ ਕਿਉਂ ਨਹੀਂ ਨਿਕਲਦੇ ਪਏ ਜੀ? ਆਪਾਂ ਤੇ 15 ਦਿਨ ਦਾ ਅਲਟੀਮੇਟਮ ਇੰਨਾ ਹੀ ਦਿੱਤਾ।
ਪੰਜਾਬ 'ਚ ਤੇ ਘੁੰਮਣਾ, ਪਹਿਲਾਂ ਅੰਮ੍ਰਿਤਸਰ ਦੇ ਵਿੱਚੋਂ ਦੱਸੋ ਕਿਹੜਾ ਸਪੋਰਟ ਤੇ ਆਇਆ ਜੀ, ਕਿੰਨੇ ਲੋਕ ਸਪੋਰਟ ਤੇ ਆਏ ਨੇ ਅੱਜ ਤੱਕ? ਇੱਕ ਸਵਾਲ ਮੇਰਾ ਜੀ ਇਹ ਆਮ ਤੌਰ ਤੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਨਾਰਥ ਦੇ ਵਿੱਚ ਆਮ ਤੌਰ ਤੇ ਚਰਚਾ ਵਾ ਕਿ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜਾਂ ਪੰਜਾਬ ਦੇ ਵਿੱਚ ਜਿੰਨਾ ਕੋ ਕੱਟੜ ਵਿਰੋਧੀ ਅਨਿਲ ਜੋਸ਼ੀ ਦਾ ਵਾ ਉਹਨੂੰ ਪਾਰਟੀ ਦੇ ਵਿੱਚ ਉਹਨਾਂ ਹੀ ਉੱਚਾ ਅਹੁਦਾ ਦਿੱਤਾ ਜਾਂਦਾ। ਇਹਦੇ ਵਿੱਚ ਸੱਚਾਈ ਕਿੰਨੀ ਕੁ? ਨਹੀਂ, ਕੋਈ ਸੱਚਾਈ ਨਹੀਂ ਔਰ ਕੋਈ ਸਾਡੇ ਕੱਟੜ ਵਿਰੋਧੀ ਨਹੀਂ ਹੈ ਔਰ ਬਿਲਕੁਲ ਵੀ ਜਿਹੜਾ ਆਦਮੀ ਜਿੰਨੀ ਉਹਨਾਂ ਦੀ ਵਿਰੋਧਤਾ ਕਰਦਾ ਪਾਰਟੀ ਉਹਨੂੰ ਉਹਨਾਂ ਵੱਡਾ ਅਹੁਦਾ ਦਿੰਦੀ, ਆਮ ਚਰਚਾ ਹੈ ਲੋਕਾਂ ਦੀ। ਨਹੀਂ, ਕੋਈ ਐਸੀ ਗੱਲ ਨਹੀਂ ਹੈਗੀ। ਗੱਲ ਇਹ ਆ ਵੀ ਸਿਰਫ ਜਿਹੜੇ ਮੇਰੇ ਕੋਈ ਰਿਸ਼ਤੇਦਾਰ ਨੇ ਜਾਂ ਮੇਰੇ ਕੋਈ ਪਰਿਵਾਰਕ ਮੈਂਬਰ ਨੇ ਜਾਂ ਮੇਰੇ ਕੋਈ ਦੋਸਤ ਨੇ ਉਹਨਾਂ ਨੂੰ ਹੀ ਪੋਸਟ ਮਿਲੇ, ਐਸਾ ਨਹੀਂ ਕਦੀ ਵੀ ਹੁੰਦਾ। ਮੈਂ ਵਿਸ਼ਵਾਸ ਦਿਵਾਉਣਾ ਤੁਹਾਨੂੰ ਪਾਰਟੀ ਦੇ ਮਾਧਿਅਮ ਤੋਂ, ਪਾਰਟੀ ਅਨਿਲ ਜੋਸ਼ੀ ਨੂੰ ਟਿਕਟ ਦੇਵੇ, ਪਾਰਟੀ ਸ਼ਵੇਤ ਮਲਿਕ ਨੂੰ ਟਿਕਟ ਦੇਵੇ, ਕਿਸੇ ਬੂਥ ਦੇ ਕਾਰਜਕਰਤਾ ਨੂੰ ਫੜ ਕੇ ਟਿਕਟ ਦੇ ਦੇ। ਸਾਡੇ ਵਾਸਤੇ ਕਮਲ ਨਿਸ਼ਾਨ ਪਹਿਲੇ ਨੰਬਰ ਤੇ ਆ। ਜਿਹੜਾ ਕਮਲ ਨਿਸ਼ਾਨ ਦੀ ਟਿਕਟ ਟਿਕਟ ਲੈ ਕੇ ਆਏਗਾ ਅਸੀਂ ਉਹਦੇ ਨਾਲ ਡਟ ਕੇ ਚੱਲਾਂਗੇ। ਜਿੱਥੇ ਜਿੱਥੇ ਅਸੀਂ ਕੰਮ ਕਰ ਸਕਦੇ ਹਾਂ ਅਸੀਂ ਉੱਥੇ ਡਟ ਕੇ ਕੰਮ ਕਰਾਂਗੇ। ਪਿਛਲੀ ਸਾਡੀ ਸਰਕਾਰ 'ਚ ਜੇ ਕਮੀਆਂ ਰਹਿ ਗਈਆਂ ਸੀ ਉਹ ਠੀਕ ਕਰਕੇ ਯਾਰ ਕਿ ਇਹਨਾਂ ਦੇ ਹੱਕ ਦੀ ਗੱਲ ਕਰਾਂਗੇ। ਸ਼ਾਲਾ ਜੀ, ਮੈਂ ਦੋ ਸਵਾਲ ਇਕੱਠੇ ਕਰਨ ਲੱਗਾ ਵਾਂ। ਤੁਹਾਡੇ ਕੁਝ ਪਾਰਟੀ ਦੇ ਵਿੱਚ ਹੀ ਵਿਰੋਧੀ ਜਾਂ ਕਾਂਗਰਸ ਪਾਰਟੀ ਦੇ ਜਿਹੜੇ ਤੁਹਾਡੇ ਵਿਰੋਧੀ ਨੇ ਉਹਨਾਂ ਵੱਲੋਂ ਅਕਸਰ ਸਵਾਲ ਉਠਾਇਆ ਜਾਂਦਾ ਵਾ, ਸਾਡੇ ਨਾਲ ਵੀ ਕਈਆਂ ਨੇ ਗੱਲ ਕੀਤੀ ਹੈ ਕਿ ਸਰਕਾਰ ਦੀ ਹੋਂਦ ਦੇ ਵਿੱਚ ਤਾਂ ਅਵਿਨਾਸ਼ ਸ਼ਾਲਾ ਜੀ ਕੌਂਸਲਰ ਦੀ ਇਲੈਕਸ਼ਨ ਬੜੇ ਸ਼ਾਨੋ ਸ਼ੌਕਤ ਦੇ ਨਾਲ ਲੜਦੇ ਨੇ। 2017 ਦੇ ਵਿੱਚ ਇਹਨਾਂ ਵੱਲੋਂ ਇਲੈਕਸ਼ਨ ਕਿਉਂ ਨਹੀਂ ਲੜੀ ਗਈ, ਕਿਉਂ ਨਹੀਂ ਪਾਰਟੀ ਵੱਲੋਂ ਟਿਕਟ ਦੀ ਮੰਗ ਕੀਤੀ ਗਈ ਐਜ਼ ਏ ਕੌਂਸਲਰ ਦੀ? ਇਹਨਾਂ ਨੂੰ ਹਾਰਨ ਦਾ ਡਰ ਸੀ ਤਾਂ ਨਹੀਂ ਲਈ। ਦੂਸਰਾ ਸਵਾਲ ਮੇਰਾ ਇਹ ਹੈ ਤੁਹਾਡੇ ਅੱਗੇ, ਦੋਨਾਂ ਦਾ ਇਕੱਠਾ ਜਵਾਬ ਦੇਣਾ ਤੁਸੀਂ, ਕਿ 2015-16 ਦੇ ਵਿੱਚ ਤੁਹਾਡੇ ਪੋਸਟਰ ਪੂਰੇ ਅੰਮ੍ਰਿਤਸਰ ਨਾਰਥ ਦੇ ਵਿੱਚ ਵੇਖਣ ਨੂੰ ਮਿਲਦੇ ਸਨ। ਤੁਸੀਂ ਐਮਐਲਏ ਦੀ ਟਿਕਟ ਦੇ ਦਾਅਵੇਦਾਰ ਸੀ। 6 ਮਹੀਨੇ ਰਹਿ ਗਏ ਨੇ ਹੁਣ ਇਲੈਕਸ਼ਨ ਨੂੰ, 2022 'ਚ ਫਿਰ ਇਲੈਕਸ਼ਨ ਆ ਰਹੀ ਹੈ। ਹੁਣ ਜਿਹੜੇ ਨੇ ਅਵਿਨਾਸ਼ ਸ਼ਾਲਾ ਜੀ ਅੰਮ੍ਰਿਤਸਰ ਨਾਰਥ ਦੀ ਕਿਸੇ ਵੀ ਦੀਵਾਰ 'ਤੇ ਉਹਨਾਂ ਦਾ ਕੋਈ ਪੋਸਟਰ ਲੱਗਿਆ ਨਜ਼ਰ ਨਹੀਂ ਆ ਰਿਹਾ, ਕੀ ਕਾਰਨ ਹੈ? ਤੁਸੀਂ ਜਿਹੜਾ ਪਹਿਲਾ ਸਵਾਲ ਕੀਤਾ ਉਹ ਇਹ ਆ, ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ 1.5 ਸਾਲ ਪਹਿਲਾਂ ਜਦੋਂ ਇਲੈਕਸ਼ਨ ਰਹਿੰਦੀ ਸੀ, ਜਦੋਂ ਇਹ ਐਪੀਸੋਡ ਹੋਇਆ, ਜਦੋਂ ਇਹਨਾਂ ਨੇ ਮੇਰੀ ਵਾਰਡ ਦੇ ਵਿੱਚ ਅਨਿਲ ਜੋਸ਼ੀ ਦੇ ਰਿਸ਼ਤੇਦਾਰਾਂ ਨੇ ਲਗਭਗ ਜਿਹੜੀ ਤੁਸੀਂ ਕਹਿਣਾ ਵੀ ਇੰਨੇ ਕਰੋੜ ਦੇ 2.5 ਤੋਂ 3 ਕਰੋੜ ਦੇ ਕੰਮ ਮੇਰੀ ਵਾਰਡ 'ਚ ਕਰਾਏ। ਰਿਸ਼ਤੇਦਾਰ ਬਾਰ-ਬਾਰ ਕਹਿ ਰਹੇ, ਚੈਨਲ ਵਾਲਿਆਂ ਨੂੰ ਖੁੱਲ੍ਹ ਕੇ ਨਾਮ ਦੱਸੋ ਤੁਸੀਂ। ਸਭ ਨੂੰ ਪਤਾ ਹੈ ਜੀ, ਸਾਰੇ ਸ਼ਹਿਰ ਨੂੰ ਪਤਾ ਹੈ ਵੀ ਕੌਣ ਨੇ। ਪੱਪੂ ਮਹਾਜਨ ਜੀ ਨੇ ਖੁੱਲ੍ਹ ਕੇ ਨਾਮ ਲਿਆ, ਗੌਤਮ ਅਰੋੜਾ ਜੀ ਨੇ ਖੁੱਲ੍ਹ ਕੇ ਨਾਮ ਲਿਆ ਵਾ, ਹਰ ਬੰਦੇ ਦਾ ਲਿਆ ਉਹਨਾਂ ਨਾਮ ਖੁੱਲ੍ਹ ਕੇ ਲਿਆ, ਤੁਸੀਂ ਵੀ ਲਿਓ। ਕੋਈ ਗੱਲ ਨਹੀਂ, ਉਹਦੇ 'ਚ ਨਹੀਂ ਆ। ਗੱਲ ਹੈ ਕਿ ਉਹਨਾਂ ਨੇ ਜਦੋਂ 2.5 ਕਰੋੜ ਦੇ 3 ਕਰੋੜ ਦੇ ਲਗਭਗ ਕੰਮ ਮੇਰੀ ਵਾਰਡ 'ਚ ਕਰਾਏ ਔਰ ਮੈਂ ਜਿਸ ਦਿਨ ਅਨਿਲ ਜੋਸ਼ੀ ਜੀ ਨਾਲ ਇਸ ਗੱਲ ਦੇ ਉੱਤੇ ਸਾਡਾ ਕੋਈ ਨਾਰਾਜ਼ਗੀ ਹੋਈ, ਮੈਂ ਉਸ ਦਿਨ ਹੀ ਇੱਕ ਮਨ ਬਣਾਇਆ ਸੀ ਔਰ ਮੈਂ ਅਨਿਲ ਜੋਸ਼ੀ ਜੀ ਨੂੰ ਫੋਨ ਤੇ ਵੀ ਕਿਹਾ ਸੀ ਕਿ ਅੱਜ ਤੋਂ ਬਾਅਦ ਇਹ ਵਾਰਡ ਨਹੀਂ ਲੜਨੀ, ਅੱਜ ਤੋਂ ਬਾਅਦ ਨਾਰਥ ਹਲਕੇ ਦੇ ਵਿੱਚ ਮੈਂ ਵੀ ਇਲੈਕਸ਼ਨ ਲੜਨਾ ਵਾਂਗਾ। ਜੇ ਤੁਸੀਂ ਸਾਡੀ ਵਾਰਡ 'ਚ ਇੰਟਰਫੇਅਰ ਕਰਦੇ ਪਏ, ਅਸੀਂ ਤੁਹਾਡੀ ਨਾਰਥ ਹਲਕੇ 'ਚ, ਕਿਉਂਕਿ ਤੁਹਾਨੂੰ ਤਰਨਤਾਰਨੋਂ ਜਦੋਂ ਆਏ ਸੀ ਤੇ ਸ਼ਾਇਦ ਜਿਹੜੇ ਪਹਿਲੇ 5-7 ਲੋਕ ਸੀ ਜਿਹੜੇ ਤੁਹਾਡੇ ਨਾਲ ਜੁੜੇ ਸੀ, ਜਿਨ੍ਹਾਂ ਨੇ ਤੁਹਾਨੂੰ, ਇਹਨਾਂ ਨੇ ਸਾਨੂੰ ਨਹੀਂ ਬਣਾਇਆ, ਅਸੀਂ ਇਹਨਾਂ ਨੂੰ ਬਣਾਇਆ ਸੀ। ਜਿਹੜੇ ਬਾਰ-ਬਾਰ ਲੋਕ ਕਹਿੰਦੇ ਨਾ ਵੀ ਇਹ ਸਾਡੇ ਗੱਦਾਰ ਨੇ ਜੀ, ਇਹਨਾਂ ਨੇ ਆਹ ਕਰਤਾ, ਤੁਹਾਨੂੰ ਮੈਂ ਦੱਸ ਦਿਆਂ ਭਾਈ ਸਾਹਿਬ, ਤੁਹਾਨੂੰ ਤੁਸੀਂ ਨਾਰਥ 'ਚ ਆਏ ਜੇ, ਤਰਨਤਾਰਨੋਂ ਆਏ ਸੀ, ਅਸੀਂ ਲੋਕ ਇੱਥੇ ਪਹਿਲਾਂ ਸਾਲਾਂ ਤੋਂ ਕੰਮ ਕਰਦੇ ਪਏ ਸੀ। ਅਸੀਂ ਪਾਰਟੀ ਸੰਗਠਨ ਦੇ ਵਿੱਚ ਤੁਹਾਡੇ ਨੂੰ ਪਹਿਲਾਂ ਲੱਗੇ ਹੋਏ ਅੰਮ੍ਰਿਤਸਰ ਸ਼ਹਿਰ 'ਚ ਔਰ ਅਸੀਂ ਤੁਹਾਨੂੰ ਬਣਾਇਆ। ਸਾਡੀ ਟੀਮ ਜਿਹੜੇ ਲੋਕ ਲੱਗੇ ਸੀ, ਨੌਜਵਾਨ ਸੀ, ਉਦੋਂ ਯੰਗ ਬਿਲਕੁਲ ਸ਼ੁਰੂ ਹੋਏ ਸੀ, ਪਰ ਅਸੀਂ ਤੁਹਾਨੂੰ ਸਾਰਿਆਂ ਨੇ ਬਣਾਇਆ ਸੀ ਔਰ ਮੈਂ ਉਸੇ ਦਿਨ ਹੀ ਮਨ ਬਣਾ ਕੇ ਤੈਅ ਕਰਕੇ ਔਰ 1.5 ਸਾਲ ਉੱਥੇ ਲਗਾਤਾਰ ਤਿਆਰੀ ਕੀਤੀ ਸੀ। ਠੀਕ ਹੈ, ਪਾਰਟੀ ਦਾ ਫੈਸਲਾ ਸਿਰ ਮੱਥੇ ਤੇ ਹੈ, ਪਾਰਟੀ ਨੇ ਜਿਹਨੂੰ ਟਿਕਟ ਦੇ ਦਿੱਤੀ ਅਸੀਂ ਉਹਦੇ ਨਾਲ ਆ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਮਲ ਨਿਸ਼ਾਨ ਦੇ ਨਾਲ ਆ, ਪਾਰਟੀ ਜਿਹਨੂੰ ਟਿਕਟ ਦੇ ਦੇਊਗੀ। ਔਰ ਅੱਜ ਵੀ ਮੈਂ ਬਿਲਕੁਲ ਇਹ ਮਨ ਬਣਾਇਆ ਹੋਇਆ 5 ਹਲਕਿਆਂ 'ਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਸੀਂ ਕੰਮ ਕਰਨਾ। ਕੋਈ ਇੱਛਾ ਨਹੀਂ ਹੈ ਮਨ 'ਚ, ਕੋਈ ਪੋਸਟ ਦੀ ਇੱਛਾ ਨਹੀਂ ਆ, ਕੋਈ ਟਿਕਟ ਲੜਨ ਦੀ ਇੱਛਾ ਨਹੀਂ ਆ। ਉਦੋਂ ਟੋਕ ਰਿਹਾ। ਮੇਰਾ ਦੂਸਰਾ ਸਵਾਲ ਵੀ ਨਾਲ ਹੀ ਸ਼ੁਰੂ ਹੋ ਗਿਆ। 2017 ਦੇ ਵਿੱਚ ਸ਼ੈਲਾ ਜੀ ਨੇ ਇੱਕ ਚੈਲੰਜ ਆਪਣੇ ਮਨ ਦੇ ਵਿੱਚ ਬਣਾ ਲਿਆ ਕਿ ਮੇਰੀ ਵਾਰਡ ਦੇ ਵਿੱਚ ਜੋਸ਼ੀ ਦੇ ਰਿਸ਼ਤੇਦਾਰਾਂ ਨੇ ਇੰਟਰਫੇਅਰ ਕੀਤੀ ਤੇ ਮੈਂ ਹੁਣ ਐਮਐਲਏ ਨਾਰਥ ਤੋਂ ਇਲੈਕਸ਼ਨ ਦਾ ਦਾਅਵੇਦਾਰ ਮੈਂ ਆਪਣੀ ਪੇਸ਼ ਕਰਾਂਗਾ। ਅੱਜ ਦੀ ਜੇ ਮੌਜੂਦਾ ਸਿਆਸੀ ਜ਼ਮੀਨ ਦੀ ਆਪਾਂ ਗੱਲ ਕਰੀਏ ਤੇ ਭਾਰਤੀ ਜਨਤਾ ਪਾਰਟੀ ਨੇ ਜੋਸ਼ੀ ਨੂੰ ਟਿਕਟ ਦੇਣ ਦੀ ਨਜ਼ਰ ਤੇ ਨਹੀਂ ਆ ਰਹੀ ਕਿਸੇ ਪਾਸੇ ਵੀ, ਤੇ ਫਿਰ ਅਵਿਨਾਸ਼ ਸ਼ੈਲਾ ਜੀ ਨੇ ਠੰਡੇ ਕਿਉਂ ਨਹੀਂ ਐਕਟਿਵ ਹੋ ਰਹੇ? ਅੱਜ ਤੁਹਾਡੇ ਕੋਲ ਮੌਕਾ ਵਾ, ਤੁਸੀਂ ਮੌਕਾ ਲਵੋ। ਪਾਰਟੀ ਵੱਲੋਂ ਅੰਮ੍ਰਿਤਸਰ ਨਾਰਥ ਦੀ ਸੀਟ ਬੀਜੇਪੀ ਵੱਲੋਂ ਜੋਸ਼ੀ ਵੱਲੋਂ ਦੀ ਖਾਲੀ ਹੋਈ ਚਾਪ ਰਹੀ ਆ, ਜੋ ਜਾਪਣ ਦਿਆ ਜੋ ਮਾਹੌਲ ਬਣਿਆ ਪਿਆ ਇਸ ਵਕਤ, ਫਿਰ ਤੁਸੀਂ ਕਿਉਂ ਨਹੀਂ ਇੰਨੇ ਉਧਰ ਐਕਟਿਵ ਹੋ ਰਹੇ? ਦੇਖੋ, ਮੈਂ ਪੂਰੇ ਅੰਮ੍ਰਿਤਸਰ ਸ਼ਹਿਰ 'ਚ ਐਕਟਿਵ ਹਾਂ, ਬੜੀ ਲੰਬੀ ਲਿਸਟ ਬਣਾਈ ਹੋਈ ਹੈ। ਮੈਂ ਤੁਹਾਨੂੰ ਦੱਸਣ ਲੱਗਾ ਜੀ, ਜਲਦੀ ਹੀ ਨਾਰਥ ਹਲਕੇ ਦਾ ਤੁਸੀਂ ਦੇਖੋਗੇ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕਰਾ ਰਹੇ ਆ। ਔਰ ਜਿਹੜੇ ਲੋਕ ਇਹ ਕਹਿੰਦੇ ਆ ਨਾ ਭਾਰਤੀ ਜਨਤਾ ਪਾਰਟੀ ਦਾ ਬੜਾ ਹਾਸ਼ੀਏ 'ਤੇ ਆ ਗਿਆ ਵਾ, ਭਾਰਤੀ ਜਨਤਾ ਪਾਰਟੀ ਦਾ ਵਰਕਰ ਘਰੋਂ ਨਹੀਂ ਨਿਕਲਦਾ ਪਿਆ, ਇਹ ਨਾਰਥ ਹਲਕੇ ਨਹੀਂ 5 ਹਲਕਿਆਂ ਦੇ ਵਿੱਚ ਅਸੀਂ ਲਗਾਤਾਰ ਲੱਗੇ ਹੋਏ ਆ ਔਰ ਬੜੀ ਜਲਦੀ ਤੁਹਾਨੂੰ ਇਹਦਾ ਰਿਜ਼ਲਟ, ਜਿਸ ਤਰ੍ਹਾਂ ਹੁਣ ਅਸੀਂ ਸ਼ਿਵ ਸੈਨਾ ਦੇ ਪ੍ਰਤੀਕ ਕਾਂਗਰਸ ਤੋਂ ਸ਼ਾਮਲ ਕਰਾਏ ਆ,
ਨਾਰਥ ਹਲਕੇ ਤੋਂ, ਸਾਊਥ ਹਲਕੇ ਤੋਂ, ਸੈਂਟਰ ਹਲਕੇ ਤੋਂ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਭਾਰੀ ਵਰਕਰ ਔਰ ਲੀਡਰਾਂ ਨੂੰ ਜਿਹੜਾ ਭਾਰਤੀ ਜਨਤਾ ਪਾਰਟੀ ਸ਼ਾਮਲ ਕਰਾਉਣ ਜਾ ਰਹੇ ਹਾਂ। ਔਰ ਮੈਂ ਤੁਹਾਨੂੰ ਕਿਹਾ ਵੀ ਮੈਂ ਵੀ ਮਨ ਵੱਡਾ ਕਰ ਲਿਆ। ਕੋਈ ਪਾਰਟੀ ਦੀ ਕਿਸੇ ਅਹੁਦੇ ਦੀ ਇੱਛਾ ਨਹੀਂ ਫਿਲਹਾਲ। ਅੱਜ ਸਮਾਂ ਇਹ ਆ ਕਿ ਭਾਰਤੀ ਜਨਤਾ ਪਾਰਟੀ ਔਰ ਕਮਲ ਨਿਸ਼ਾਨ ਅੱਗੇ ਵਧਣਾ ਚਾਹੀਦਾ। ਉਹਦੇ ਵਾਸਤੇ ਤੁਸੀਂ ਭਾਵੇਂ ਮੈਨੂੰ ਕਹੀ ਜਾਓ ਮੇਰੇ ਬੜੇ ਵਿਰੋਧੀ ਨੇ, ਜੇ ਮੈਂ ਉੱਥੇ ਡਟ ਕੇ ਕੰਮ ਨਾ ਕਰਾਂ, ਜੇ ਬੁਲਾ ਕੇ ਰੈਲੀਆਂ ਨਾ ਕਰਵਾਵਾਂ ਸਭ ਦੀਆਂ, ਚਾਹੇ ਕਿਸੇ ਨੂੰ ਪਾਰਟੀ ਟਿਕਟ ਦੇਵੇ, ਤੇ ਫਿਰ ਤੁਸੀਂ ਮੈਨੂੰ ਆ ਕੇ ਤੁਸੀਂ ਚੈਨਲ ਤੇ ਪੁੱਛਿਓ ਵੀ ਤੁਹਾਡੀ ਕਮੀ ਰਹਿ ਗਈ ਆ। ਜਿਹੜਾ 1.5 ਸਾਲ ਤੁਸੀਂ ਕਹਿੰਦਾ ਇੱਥੇ ਕਾਉਂਸਲਰ ਦੀ ਇਲੈਕਸ਼ਨ ਕਿਉਂ ਨਹੀਂ ਲੜੀ, ਦੇਖੋ ਮੇਰੀ ਵਾਈਫ ਨੇ ਇਲੈਕਸ਼ਨ ਲੜੀ ਸੀ, ਇਹ ਜੈਂਟ ਸੀਟ ਹੋ ਗਈ, ਮੈਂ ਨਹੀਂ ਇਲੈਕਸ਼ਨ ਲੜੀ ਪਹਿਲਾਂ। ਤੇ ਪਹਿਲੀ ਗੱਲ ਹੈ। ਦੂਸਰੀ ਗੱਲ ਇਹ ਕਿ ਜਦੋਂ ਮੈਂ ਇੱਕ ਬਨ ਬਣਾ ਲਓ ਨਾ, ਤੁਸੀਂ ਇੱਕ ਜਗ੍ਹਾ ਤੇ ਕੰਮ ਕਰਨ ਲੱਗ ਪਓ, ਫਿਰ ਤੁਹਾਡਾ ਟਾਰਗੇਟ ਜਿਹੜਾ ਨਾ ਉੱਧਰ ਚਲੇ ਜਾਂਦਾ। ਔਰ ਮੈਂ ਅੱਜ ਵੀ ਤੁਹਾਨੂੰ ਕਿਹਾ ਹੁਣ ਮੈਂ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਹਾਂ, ਮੈਂ ਜ਼ਿਲ੍ਹਾ ਦੇਖਣਾ, ਮੈਂ ਪੂਰੇ ਅੰਮ੍ਰਿਤਸਰ ਸ਼ਹਿਰ ਦੀਆਂ 5 ਕੌਂਸਟੀਚੁਐਂਸੀਆਂ ਦੇ ਵਿੱਚ ਕੰਮ ਲਗਾਤਾਰ ਕਰ ਰਹੇ ਸੀ ਔਰ ਉਹਦਾ ਰਿਜ਼ਲਟ ਤੁਹਾਨੂੰ ਜਲਦੀ ਦੇਖਣ ਨੂੰ ਮਿਲੇਗਾ, ਜਿਸ ਤਰ੍ਹਾਂ ਤੁਸੀਂ ਪਰਸੋਂ ਦੇਖਿਆ, ਜਿਸ ਤਰ੍ਹਾਂ ਤੁਸੀਂ 1 ਮਹੀਨਾ ਪਹਿਲਾਂ ਦੇਖਿਆ ਸੀ। ਸਿਰਫ ਅੱਜ ਤੁਸੀਂ ਕਮਲ ਦੇ ਫੁੱਲ ਦੇ ਗੁਣ ਗਾਉਂਦੇ ਨਜ਼ਰ ਆ ਰਹੇ ਜੇ, ਪਰ ਕੁਝ ਲੋਕਾਂ ਦਾ ਕਹਿਣਾ ਕਿ ਅਵਿਨਾਸ਼ ਸ਼ੈਲਾ ਜੀ ਨੇ ਅੰਮ੍ਰਿਤਸਰ ਨਾਰਥ ਦੇ ਵਿੱਚ ਅਨਿਲ ਜੋਸ਼ੀ ਦਾ ਡਟ ਕੇ ਵਿਰੋਧ ਕੀਤਾ ਸੀ। ਇਸੇ ਤਰਜ਼ ਦੇ ਉੱਤੇ ਉਹਨਾਂ ਨੇ ਅੰਮ੍ਰਿਤਸਰ ਦੀ ਇੱਕ ਐਸੀ ਸੀਟ ਸੀ ਭਾਰਤੀ ਜਨਤਾ ਪਾਰਟੀ ਦੇ ਕੋਲ, ਉਸ ਹਲਕੇ ਦੇ ਵਿੱਚ ਵੀ ਅਵਿਨਾਸ਼ ਸ਼ੈਲਾ ਜੀ ਵਿਰੋਧ ਕਰਦੇ ਨਜ਼ਰ ਆਉਂਦੇ ਸਨ। ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਇਹ ਲੋਕਤੰਤਰ ਆ, ਹਰ ਬੰਦੇ ਨੂੰ ਹੱਕ ਹੈ ਉਹ ਆਪਣੀ ਗੱਲ ਕਹਿ ਸਕਦਾ। ਮੈਂ ਤੇ ਜਿਹੜੇ ਮੇਰੇ ਵੀਰ ਇਹੋ ਜਿਹੀਆਂ ਗੱਲਾਂ ਕਰਦੇ ਨੇ, ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ, ਲੋਕ ਹੀ ਜਿਤਾਉਂਦੇ ਆ ਔਰ ਲੋਕ ਹੀ ਹਰਾਉਂਦੇ ਆ। ਜਿੱਦਣ ਹਰਾਤਾ ਤੇ ਫਿਰ ਨਾਂ ਲਈ ਜਾਂਦੇ ਇੰਨੇ ਹਰਾਤਾ। ਦੇਖੋ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਆ ਉਹ ਬੜੇ ਅਨੁਸ਼ਾਸਿਤ ਨੇ। ਤੁਸੀਂ ਅੱਜ ਕੋਈ ਬੰਦਾ ਬਹੁਤ ਆਪਣੇ ਆਪ ਨੂੰ ਸਮਝਣ ਲੱਗ ਗਿਆ ਨਾ ਕਿ ਮੈਂ ਬਹੁਤ ਤਾਕਤਵਰ ਹੋ ਗਿਆ, ਹੁਣ ਪਾਰਟੀ ਕੁਛ ਨਹੀਂ ਹੈਗੀ, ਤੇ ਫਿਰ ਉਹਨੂੰ ਘਰ ਵੀ ਬਿਠਾ ਦਿੰਦੇ ਆ। ਇਹ ਸਾਡੀ ਪਾਰਟੀ ਦੀ ਖਾਸੀਅਤ ਹੈ। ਇਸ ਕਰਕੇ ਪਾਰਟੀ ਦੇ ਵਰਕਰਾਂ ਨੂੰ, ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਜਿਹਨੇ ਇਲੈਕਸ਼ਨਾਂ ਜਿੱਤਣੀਆਂ, ਜਿਹਨੇ ਪਾਰਟੀ ਵਧਾਉਣੀ। ਜਿਨ੍ਹਾਂ ਵੱਲ ਤੁਸੀਂ ਇਸ਼ਾਰਾ ਕਰ ਰਹੇ ਜੋ, ਉਹਨਾਂ ਵੱਲੋਂ ਅੱਜ ਕੱਲ੍ਹ ਇੱਕ ਨਾਅਰਾ ਦਿੱਤਾ ਜਾ ਰਿਹਾ, ਪਹਿਲਾ ਕਿਸਾਨ ਫਿਰ ਨਿਸ਼ਾਨ। ਮੋਦੀ ਜੀ ਨੇ ਜਿਹੜੇ ਆ ਨਾ ਸੁਧਾਰਾਂ ਵਾਲੇ ਬੰਨੇ ਨੂੰ ਲੈ ਕੇ ਜਾ ਰਹੇ। ਜਦੋਂ ਸੁਧਾਰ ਹੁੰਦੇ ਨੇ ਫਿਰ ਥੋੜ੍ਹੇ ਜਿਹੀ ਲੋਕਾਂ ਦੀ ਨਾਰਾਜ਼ਗੀ ਵੀ ਝੱਲਣੀ ਪੈਂਦੀ ਆ, ਤੇ ਆਪਾਂ ਜੇ ਪਾਰਟੀ ਨਹੀਂ ਰਹੂਗੀ। ਅਵਿਨਾਸ਼ ਸ਼ੈਲਾ ਜੀ ਨਾਰਾਜ਼ਗੀ ਤੇ ਇੱਕ ਪਾਸੇ ਰਹਿ ਗਈ। 500 ਤੋਂ ਵੱਧ ਮੌਤਾਂ ਹੋ ਗਈਆਂ ਨੇ। ਮੇਰੇ ਚੈਨਲ ਤੇ 2 ਇੰਟਰਵਿਊਆਂ ਹੋ ਚੁੱਕੇ ਨੇ, ਇੱਕ 40 ਦੇ ਵਿੱਚ 2 ਕਿਸਾਨਾਂ ਦੀਆਂ ਮੌਤਾਂ ਹੋ ਗਈਆਂ। ਪਰ ਮਾਲੀ ਹਾਲਤ ਬੜੀ ਮਾੜੀ ਆ। ਉਹ ਤੇ ਪਾਰਟੀ ਨੂੰ ਲਾਹਨਤਾਂ ਦਿੰਦੇ ਵੀ ਨਜ਼ਰ ਆ ਰਹੇ ਆ। ਮੈਂ ਕੈਮਰੇ ਸਾਹਮਣੇ ਵੀ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ, ਕਿਉਂਕਿ ਸਾਡੇ ਕੋਲ ਕੋਡਡ ਆ, ਅਸੀਂ ਆਪਣੇ ਕੋਲੋਂ ਕੋਈ ਬਿਆਨਬਾਜ਼ੀ ਨਹੀਂ ਕਰ ਰਹੇ। ਉਹ ਪਾਰਟੀ ਦੀ ਬੜੀ ਬੁਰਾਈ ਨਜ਼ਰ ਕਰ ਆ ਰਹੇ। ਇੱਥੋਂ ਤੱਕ ਕਿ ਔਰਤ ਕਹਿ ਰਹੀ ਹੈ ਜਿਸ ਦਾ ਜਵਾਨ ਪੁੱਤਰ ਕਿਸਾਨੀ ਮੋਰਚੇ ਵਿੱਚ ਮਾਰਿਆ ਗਿਆ ਕਿ ਕਿਉਂ ਨਹੀਂ ਤਰਸ ਕਰਦੀ ਪਈ ਭਾਰਤੀ ਜਨਤਾ ਪਾਰਟੀ, ਇਹਨਾਂ ਨੇ ਕੀ ਲੈਣਾ ਵਾ, ਕਿਉਂ ਇਹਨੇ ਜ਼ਾਲਮ ਬਣ ਗਏ ਨੇ। ਜਿਹੜੇ 500 ਲੋਕ ਸ਼ਹੀਦ ਹੋਏ ਨੇ, ਆਪਾਂ ਉਹਨਾਂ ਦਾ ਬਹੁਤ ਦੁੱਖ ਹੈ ਸਾਨੂੰ ਵੀ। ਕਿਸੇ ਵੀ ਘਰ ਦਾ ਬੱਚਾ ਨਹੀਂ ਜਾਣਾ ਚਾਹੀਦਾ। ਸਾਡੇ ਹੀ ਭਰਾ ਸੀ, ਸਾਡੇ ਹੀ ਬੱਚੇ ਸੀ ਉਹ। ਪਰ ਮੈਂ ਇਹ ਦੱਸਣਾ ਚਾਹੁੰਦਾ, ਤੇ ਤੁਹਾਡੇ ਕੋਲ ਤੁਸੀਂ ਵੀ ਇਹ ਸਵਾਲ ਕਿਸਾਨ ਨੇਤਾਵਾਂ ਨੂੰ ਕਰਨਾ, ਕਿ ਪਿਛਲੇ 10-15 ਸਾਲ ਤੋਂ ਆਪਾਂ ਜਿਸ ਦਿਨ ਵੀ ਟੀਵੀ ਅਖਬਾਰ ਦਾ ਪਹਿਲਾ ਪੰਨਾ ਖੋਲ੍ਹਦੇ ਸੀ, ਉਸ ਦਿਨ ਕਿਸਾਨ ਦਾ ਸੁਸਾਈਡ, ਉਹਨੇ ਫਾਹ ਲਿਆ ਸੀ, ਉਹਨੇ ਸਲਫਾਸ ਪੀਤੀ ਹੋਈ ਸੀ। ਉਹ ਕੌਣ ਸੀ ਫਿਰ? ਉਹ ਜਿਹੜੇ ਇੰਨੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਰ ਗਏ, ਉਹਨਾਂ ਨੂੰ ਕਿਹੜੀ ਕੈਟਾਗਰੀ 'ਚ ਪਾਉਂਦੇ ਜੇ? ਉਹ ਸ਼ਹੀਦ ਸੀ, ਉਹ ਕੀ ਸੀ? ਉਹਨਾਂ ਨੂੰ ਕਿਉਂ ਨਹੀਂ ਆਪਾਂ ਯਾਦ ਕਰਦੇ ਪਏ? ਉਹ ਕਿਹੜਾ ਕਾਨੂੰਨ ਸੀ ਜਿਹਦੇ ਕਰਕੇ ਉਹ ਇੰਨੇ ਦੁਖੀ ਸੀ ਕਿ ਇੱਕ ਬੱਚਾ ਪਰਿਵਾਰ ਦਾ ਜਿਹੜਾ ਰੋਜ਼ ਮਰ ਰਿਹਾ ਸੀ? ਪਰ ਤੁਸੀਂ ਨਾਗਾ ਗਿੱਲੋ, ਉਹ ਲੱਖਾਂ ਦੇ ਵਿੱਚ ਗਿਣਤੀ ਆ। ਇਹ ਜਿਹੜਾ ਬਣਾਇਆ ਇਹ ਬਣਾਇਆ ਤਾਂ ਤਾਂ ਹੀ ਹੈ ਨਾ ਕਿ ਜੇ ਇੱਕ ਇੰਨਾ ਮਾੜਾ ਸਿਸਟਮ ਚੱਲ ਰਿਹਾ ਸੀ ਕਿ ਸਾਡੇ ਬੱਚੇ ਇੱਥੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਾਰੇ ਦੇਸ਼ਾਂ 'ਚ ਛੱਡ ਕੇ ਜਾ ਰਹੇ ਨੇ। ਸਾਡਾ ਕਿਹੜਾ ਬੱਚਾ ਵਾਹੀ ਕਰਨ ਨੂੰ ਤਿਆਰ ਹੈ ਜੀ? ਸਾਡਾ ਕਿਹੜਾ ਬੱਚਾ ਇੱਥੇ ਅੰਮ੍ਰਿਤਸਰ ਸ਼ਹਿਰ ਪੰਜਾਬ 'ਚ ਰਹਿਣ ਨੂੰ ਤਿਆਰ ਆ? ਸਾਡਾ ਤੇ ਹਰ ਬੱਚਾ 10ਵੀਂ +2 ਕਰਨ ਤੋਂ ਬਾਅਦ ਬਾਹਰ ਜਾ ਰਿਹਾ। ਉਹ ਆਖਰ ਐਡਾ ਮਾੜਾ ਸਿਸਟਮ ਸੀ, ਜੇ ਉਹਨੂੰ ਚੇਂਜ ਕਰਨ ਲੱਗੇ ਆ, ਬੇਨਤੀ ਆ 6 ਮਹੀਨੇ ਸਾਲ ਚਲਾ ਕੇ ਦੇਖ ਲਓ। ਸਰਕਾਰ ਵੀ ਤੁਹਾਡੀ, ਲੋਕ ਵੀ ਤੁਹਾਡੇ, ਤੁਸੀਂ ਬਦਲ ਕਰਾ ਲਿਓ, ਨਹੀਂ ਹੋਊਗਾ ਸਰਕਾਰ ਬਦਲ ਦਿਓ, ਦੂਸਰੀ ਸਰਕਾਰ ਆ। ਇੰਟਰਵਿਊ ਦੇ ਵਿੱਚ ਇੱਕ ਕਿਸਾਨ ਨੇ ਜਵਾਬ ਦਿੱਤਾ ਤੁਹਾਡੇ ਇਸ ਗੱਲ ਦਾ ਵੀ ਅਗਰ ਸਾਨੂੰ ਭਲਾ ਨਹੀਂ ਚਾਹੀਦਾ, ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਸਾਡਾ ਭਲਾ ਕਰੇ, ਤੇ ਭਾਰਤੀ ਜਨਤਾ ਪਾਰਟੀ ਧੱਕੇ ਨਾਲ ਕਿਉਂ ਭਲਾ ਕਰਨ ਤੇ ਤੁਲੀ ਹੋਈ? ਬੜਾ ਵਧੀਆ ਸਵਾਲ ਆ ਇਹ। ਜਦੋਂ ਮੋਦੀ ਜੀ 2-2 ਹਜ਼ਾਰ ਰੁਪਇਆ ਘਰਾਂ 'ਚ ਪਰਿਵਾਰਾਂ 'ਚ ਦੇਣ ਡੇ ਆ, ਫਿਰ ਇਹ ਸਾਰੇ ਲੋਕ ਜਿਹੜੇ ਲੈਣ ਕੋ ਰਹੇ ਨੇ, ਫਿਰ ਕਿਉਂ ਨਹੀਂ? ਰਿਕਾਰਡ MSP ਦੇ ਉੱਤੇ ਖਰੀਦ ਹੋਈ ਆ, ਫਿਰ ਇਹ ਕਿਉਂ ਵੇਚ ਰਹੇ ਸਰਕਾਰ? ਕਿਸਾਨਾਂ ਦਾ ਇਹ ਵੀ ਕਹਿਣਾ ਕਿ 1900 ਰੁਪਈਆ ਕਣਕ ਦੀ ਜਿਹੜੀ ਆ ਕੀਮਤ ਕੱਢੀ ਗਈ ਤੇ 1600 ਰੁਪਈਆ ਸਾਨੂੰ ਮਿਲਦਾ ਪਿਆ। ਮੱਕੀ ਦੀ ਕੀਮਤ ਦਾ ਸਾਨੂੰ 600 ਰੁਪਈਆ ਮਿਲਦਾ ਪਿਆ। MSP ਦਾ ਰੇਟ ਸਾਨੂੰ ਤੇ ਮਿਲਦਾ ਹੀ ਨਹੀਂ ਪਿਆ। ਦੂਸਰਾ, ਇੱਕ ਹੁਣ ਮੇਰੇ ਚੈਨਲ ਨੇ ਕਿਸਾਨ ਇੱਕ ਨੇ ਗੱਲ ਕਰਦੇ ਨੇ, ਇਹ ਵੀ ਗੱਲ ਕਹੀ ਸੀ ਕਿ ਪਹਿਲੀ ਵਾਰ ਕਿਸਾਨਾਂ ਦੇ ਹੱਥੋਂ ਕੰਟਰੋਲ ਤੋਂ ਬਾਹਰ ਸਰੋਂ ਦਾ ਤੇਲ ਹੋਇਆ ਵਾ, ਤੇ ਸਰੋਂ ਦੇ ਤੇਲ ਦੀ ਕੀਮਤ ਲਗਭਗ 200 ਦੇ ਕਰੀਬ ਪਹੁੰਚ ਗਈ ਆ, ਜਦ ਕਿ ਕਿਸਾਨਾਂ ਦੇ ਕੰਟਰੋਲ 'ਚ ਜਦੋਂ ਸੀ ਤਾਂ ਉਦੋਂ 70-80 ਰੁਪਏ ਤੋਂ ਵੱਧ ਕਦੇ ਤੇਲ ਨਹੀਂ ਸੀ ਗਿਆ। ਆਪਾਂ ਇਹ ਨਾ ਵੇਖੀ ਜਾਈਏ ਨਾ ਕਿ 20,000 50,000 ਜਾਂ 2 ਲੱਖ ਵਿਰੋਧ ਕਰ ਰਿਹਾ, ਆਖਰ 80 ਕਰੋੜ ਘਰ ਵੀ ਤੇ ਬਹਿ ਕੇ ਕੰਮ ਕਰਦਾ ਪਿਆ, ਆਪਣੇ ਖੇਤਾਂ 'ਚ ਕੰਮ ਕਰ ਰਿਹਾ। ਲਓ ਜੀ,
ਸੈਂਟਰ 'ਚ ਵੀ ਸਰਕਾਰ ਰਿਪੀਟ ਹੋ ਗਈ, ਗੁਜਰਾਤ ਦੀ ਤੁਸੀਂ ਗੱਲ ਕੀਤੀ, ਗੁਜਰਾਤ 'ਚ ਵੀ ਸਰਕਾਰਾਂ ਰਿਪੀਟ ਹੋ ਰਹੀਆਂ ਨੇ, ਹੋਰ ਵੀ ਆਸੇ-ਪਾਸੇ ਸਟੇਟਾਂ ਦੇ ਵਿੱਚ ਜਿਹੜੀਆਂ ਨੇ ਭਾਰਤੀ ਜਨਤਾ ਪਾਰਟੀ ਸਰਕਾਰ ਆ ਰਹੀਆਂ। ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਬਾਅਦ ਅੰਮ੍ਰਿਤਸਰ ਦੀ ਐਮਪੀ ਦੀ ਸੀਟ ਅਜੇ ਤੱਕ ਨਹੀਂ ਜਿੱਤੀ ਗਈ, ਉਹਦਾ ਕੀ ਕਾਰਨ ਆ? ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਮਜ਼ੋਰ ਕਿਉਂ? ਨਹੀਂ, ਕਮਜ਼ੋਰ ਨਹੀਂ ਆ ਭਾਰਤੀ ਜਨਤਾ ਪਾਰਟੀ। ਦੇਖੋ, ਇਹ ਸਮਾਂ ਹੁੰਦਾ। ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਬਾਅਦ ਅੰਮ੍ਰਿਤਸਰ ਦੀ ਸੀਟ ਜਿੱਤ ਨਹੀਂ ਸਕੇ, ਔਰ ਜੇਤਲੀ ਜੀ ਆਏ, ਹਰਦੀਪ ਪੁਰੀ ਜੀ ਆਏ, ਰਜਿੰਦਰ ਮੋਹਨ ਸਿੰਘ ਸ਼ੀਨਾ ਜੀ ਨੇ ਇਲੈਕਸ਼ਨ ਲੜੀ, ਅਸੀਂ ਨਹੀਂ ਇਲੈਕਸ਼ਨ ਜਿੱਤ ਸਕੇ। ਪੰਜਾਬ ਵਾਲਿਆਂ ਦਾ ਨਾ ਇੱਕ ਟ੍ਰੈਂਡ ਹੈ ਜੀ, ਜਦੋਂ 10 ਸਾਲ ਸਰਕਾਰ ਇਹ 'ਚ ਨਵਜੋਤ ਸਿੰਘ ਸਿੱਧੂ ਨਹੀਂ ਬਾਕੀ ਵੇਖੋ, ਅਸੀਂ ਐਰਕੀ ਵੀ 2 ਸੀਟਾਂ ਅਸੀਂ ਲਗਾਤਾਰ ਜਿੱਤੀਆਂ ਆ ਪੰਜਾਬ ਦੇ ਵਿੱਚ, ਚਾਹੇ ਉਹ ਸੰਨੀ ਦਿਓਲ ਵਾਲੀ ਗੁਰਦਾਸਪੁਰ ਤੋਂ ਹੀ, ਚਾਹੇ ਉਹ ਸੋਮ ਪ੍ਰਕਾਸ਼ ਜੀ ਦੀ ਸੀਟ ਸੀ। ਅੰਮ੍ਰਿਤਸਰ ਦੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ, ਸਾਡੇ ਇੱਕ ਟ੍ਰੈਂਡ ਹੈ, ਔਰ ਮੇਰੇ ਖਿਆਲ ਨਾਲ ਅੰਮ੍ਰਿਤਸਰ ਉਸ ਚੀਜ਼ ਨੂੰ ਜ਼ਿਆਦਾ ਹੀ ਮਤਲਬ ਫੋਲੋ ਕਰਦਾ ਕਿ ਜੇ ਸੈਂਟਰ 'ਚ ਸਰਕਾਰ ਕਾਂਗਰਸ ਦੀ ਆ ਤੇ ਪੰਜਾਬ ਦੇ ਵਿੱਚ ਐਮਪੀ ਜਿਹੜੇ ਆ ਉਹ ਜਿੱਤ ਕੇ ਉਹਦੇ ਖਰਖਾ ਅੰਮ੍ਰਿਤਸਰ 'ਚੋਂ ਹੀ। ਜੇ 10 ਸਾਲ ਇਹ ਜਿਤਾਉਂਦੇ ਰਹੇ ਆ, ਜੇ ਹੁਣ ਮੋਦੀ ਸਾਹਿਬ ਦੀ ਸਰਕਾਰ ਆ ਤੇ ਅਸੀਂ ਉਲਟ ਜਿਤਾਇਆ ਦੋਨੋਂ। ਉਹ ਕਹਿੰਦੇ ਸੀ ਜੇਤਲੀ ਸਾਹਿਬ ਦਾ ਕੋਈ ਕਸੂਰ ਨਹੀਂ। ਅਸੀਂ ਭਾਰਤੀ ਜਨਤਾ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਇੱਥੇ 1-2 ਲੀਡਰ ਇਦਾਂ ਦੇ ਸੀ ਜਿਨ੍ਹਾਂ ਦੇ ਹੰਕਾਰ ਤੋਂ ਅਸੀਂ ਅੱਕੇ ਪਏ ਸੀ। ਉਹ ਲੀਡਰ ਅਕਾਲੀ ਦਲ ਦੇ ਸਨ ਕਿ ਭਾਰਤੀ ਜਨਤਾ ਪਾਰਟੀ ਦੇ ਹੀ ਸਨ? ਦੋਨਾਂ ਦੇ ਸੀ ਜੀ, ਦੋਨਾਂ ਦੇ ਜਿਹੜੇ ਵੱਡੀਆਂ ਪੋਸਟਾਂ ਤੇ ਬੈਠੇ ਸੀ। ਔਰ ਉਹਦੇ ਤੋਂ ਅੱਕਿਆਂ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਰੁਣ ਜੇਤਲੀ ਔਰ ਹਰਦੀਪ ਪੁਰੀ ਜੀ ਵੇਖੋ ਹਾਰ ਗਏ। ਤੁਸੀਂ ਇੱਕ ਗੱਲ ਦੱਸੋ, ਅੱਜ ਮੰਨ ਲਓ ਆ ਕਿਸਾਨੀ ਅੰਦੋਲਨ ਵੀ ਚੱਲ ਰਿਹਾ, ਜਿੰਨੀ ਵਾਰੀ ਵੀ ਮੀਟਿੰਗਾਂ ਆਈਆਂ 'ਚ ਸੋਮ ਪ੍ਰਕਾਸ਼ ਜੀ ਬੈਠੇ, ਕੀ ਜੇ ਹਰਦੀਪ ਪੁਰੀ ਜੀ ਜਿੱਤੇ ਹੁੰਦੇ ਤੇ ਕੀ ਹਰਦੀਪ ਪੁਰੀ ਜੀ ਨੇ ਵਿੱਚ ਨਹੀਂ ਬਹਿਣਾ ਸੀ? ਪੰਜਾਬ ਦੀ ਆਵਾਜ਼ ਗੱਲ ਕਰਨ ਵਾਲੀ ਤਾਕਤ ਡਬਲ ਨਹੀਂ ਹੋ ਜਾਣੀ 2 ਮੰਤਰੀ? ਸਾਨੂੰ ਸੋਚਣਾ ਚਾਹੀਦਾ, ਭਾਰਤੀ ਜਨਤਾ ਪਾਰਟੀ ਨੂੰ ਜਿੰਨਾ ਤਾਕਤਵਰ ਕਰਾਂਗੇ ਉਨਾ ਹੀ ਜਿਹੜਾ ਵਾ ਲੋਕਾਂ ਦੀ ਗੱਲ, ਪੰਜਾਬ ਦੇ ਲੋਕਾਂ ਦੀ ਗੱਲ, ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਦੀ ਗੱਲ ਜਿਹੜੀ ਆ ਮੰਨੀ ਜਾਊਗੀ ਛੇਤੀ। ਭਾਰਤੀ ਜਨਤਾ ਪਾਰਟੀ ਨੇ 2022 ਜਿਹਨੇ ਬਿਆਨ ਦੇ ਦਿੱਤਾ ਵਾ, ਇੱਕ ਅਨੁਸੂਚਿਤ ਜਾਤੀ ਭਾਈਚਾਰੇ ਦੇ ਵਿੱਚੋਂ ਬਣਾਉਣ ਜਾ ਰਹੀ ਆ। ਅਗਰ ਪੰਜਾਬ ਦੇ ਵਿੱਚ ਉਹ ਬਹੁਮਤ ਦੇ ਵਿੱਚ ਆਉਂਦੇ ਹਨ ਤਾਂ ਦੇਖੋ, ਜਿਹੜੇ ਲੋਕ ਸਾਡੇ ਦੱਬੇ ਕੁਚਲੇ ਸਮਾਜ ਜਿਹੜਾ ਜਿਹਨੂੰ ਅਸੀਂ ਸੋਚਦੇ ਹਾਂ ਕਿ ਅਸੀਂ ਬੜੇ ਸਾਲਾਂ ਤੋਂ ਆਰਕਸ਼ਣ ਦਿੱਤਾ ਸੀ, ਦੂਸਰਾ ਦਿੱਤਾ, ਲੇਕਿਨ ਅੱਜ ਵੀ ਉਹ ਸਾਡੇ ਬਰਾਬਰ ਨਹੀਂ ਪਹੁੰਚ ਸਕੇ। ਤੇ ਫਿਰ ਮੈਨੂੰ ਲੱਗਦਾ ਕਿ ਇੱਕ ਇਹ ਵੀ ਕੋਸ਼ਿਸ਼ ਕਰਕੇ ਜ਼ਰੂਰ ਦੇਖਣੀ ਚਾਹੀਦੀ ਆ ਕਿ ਐਸਸੀ ਸਮਾਜ ਤੋਂ ਵੀ ਇੱਕ ਮੁੱਖ ਮੰਤਰੀ ਆਵੇ, ਸਾਰੇ ਭਾਈਚਾਰਿਆਂ ਨੂੰ ਬਰਾਬਰ ਜਿਹੜਾ ਨਾ ਉਹ ਕਰਨ ਦੇ ਵਿੱਚ ਬੜਾ ਵਧੀਆ ਰੋਲ ਰਹੇਗਾ। ਜਿਹੜੇ ਲੋਕ ਸ਼ਿਕਸ਼ਿਤ ਨਹੀਂ ਹੋ ਪਾ ਰਹੇ, ਜਿਹੜੇ ਲੋਕ ਵਪਾਰੀ ਨਹੀਂ ਬਣ ਪਾ ਰਹੇ, ਅਫਸਰ ਨਹੀਂ ਬਣ ਪਾ ਰਹੇ, ਉਹਨਾਂ ਲੋਕਾਂ ਨੂੰ ਵੀ ਉਤਸ਼ਾਹ ਮਿਲੇਗਾ ਕਿ ਸਾਡੇ ਪਰਿਵਾਰ ਦਾ ਕੋਈ ਬੱਚਾ ਜਿਹੜਾ ਵਾ ਉਹ ਮੁੱਖ ਮੰਤਰੀ ਵੀ ਬਣ ਸਕਦਾ। ਇਹ ਬਦਲ ਹੋਣੇ ਚਾਹੀਦੇ ਆ। ਇੱਕ ਆਖਰੀ ਸਵਾਲ, ਅਨਿਲ ਜੋਸ਼ੀ ਨੂੰ ਇਹ ਲੱਗ ਰਿਹਾ ਵਾ ਕਿ ਪਾਰਟੀ ਮੇਰੀ ਗੱਲ ਨਹੀਂ ਸਮਝ ਪਾ ਰਹੀ, ਤੇ ਪਾਰਟੀ ਨੂੰ ਇਹ ਲੱਗ ਰਿਹਾ, ਪਾਰਟੀ ਦੇ ਅਹੁਦੇਦਾਰਾਂ ਨੂੰ, ਕਿ ਸ਼ਾਇਦ ਅਸੀਂ ਅਨਿਲ ਜੋਸ਼ੀ ਨੂੰ ਨਹੀਂ ਸਮਝਾ ਪਾ ਰਹੇ, ਕਿ ਪਾਰਟੀ ਦੇ ਵੱਲੋਂ, ਤੁਹਾਡੇ ਵੱਲੋਂ ਜਿੰਨੇ ਅਹੁਦੇਦਾਰ ਆ, ਕੋਈ ਪਹਿਲ ਕਦਮੀ ਕੀਤੀ ਜਾਵੇ ਕਿ ਅਨਿਲ ਜੋਸ਼ੀ ਜੀ ਨੂੰ ਪਾਰਟੀ ਦੇ ਨਾਲ ਤੋਰਨ ਦੀ ਕੋਸ਼ਿਸ਼ ਕੀਤੀ ਜਾਵੇ, ਕਿ ਉਹਨਾਂ ਨੂੰ ਕਿਸਾਨੀ ਪੱਖ ਵਾਲੇ ਪਾਸੇ ਰਹਿਣ ਦਿੱਤਾ ਜਾਵੇਗਾ ਤੇ ਪਾਰਟੀ ਅਲੱਗ ਰਸਤਾ ਚੁਣੇਗੀ। ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਬੇਨਤੀ ਕਰਨੀ ਚਾਹੂੰਗਾ ਅਨਿਲ ਜੋਸ਼ੀ ਜੀ ਨੂੰ, ਭਰਾ ਨੇ ਸਾਡੇ ਵੱਡੇ, ਔਰ ਮੇਰਾ ਕੋਈ ਪਰਸਨਲ ਉਹਨਾਂ ਨਾਲ ਨਾਰਾਜ਼ਗੀ ਨਹੀਂ ਆ। ਉਹਨਾਂ ਦੇ ਜਦੋਂ ਮੈਨੂੰ ਫੋਨ ਵੀ ਲਗਭਗ 3-4 ਮਹੀਨੇ ਪਹਿਲਾਂ ਜਦੋਂ ਮੈਂ ਵਾਈਸ ਪ੍ਰਧਾਨ ਬਣਿਆ ਸੀ, ਵਧਾਈ ਦਾ ਆਇਆ ਸੀ, ਔਰ ਉਹਨਾਂ ਮੈਨੂੰ ਕਿਹਾ ਸੀ ਤੁਸੀਂ ਘਰ ਆਉਣਾ। ਚਲੋ ਮੈਂ ਕਿਸੇ ਕਾਰਨ ਨਹੀਂ ਜਾ ਸਕਿਆ, ਲੇਕਿਨ ਮੈਂ ਉਹਨਾਂ ਨੂੰ ਉਦੋਂ ਵੀ ਧੰਨਵਾਦ ਕੀਤਾ ਸੀ। ਔਰ ਮੈਂ ਤਾਂ ਇਹ ਬੇਨਤੀ ਕਰਨੀ ਚਾਹਾਂਗਾ ਕਿ ਪਾਰਟੀ ਸਾਡੀ ਮਾਂ ਹੈ। ਅੱਜ ਅਨਿਲ ਜੋਸ਼ੀ ਜੀ ਐਕਸ ਮਿਨਿਸਟਰ ਨੇ ਤੇ ਉਹ ਭਾਰਤੀ ਜਨਤਾ ਪਾਰਟੀ ਕਰਕੇ ਨੇ, ਔਰ ਅੱਗੇ ਆਉਣ ਵਾਲੇ ਸਮੇਂ 'ਚ ਵੇਖੋ ਇਹ ਕੋਈ ਨਹੀਂ ਹੈਗਾ ਸਾਡੀ ਪਾਰਟੀ 'ਚ, ਮਤਲਬ ਪਾਰਟੀ ਕੋਈ ਅਹੁਦਾ ਦੇ ਦੇਵੇ, ਪਾਰਟੀ ਸਾਡੀ ਕਦੀ ਕਿਸੇ ਨੂੰ ਘਰ ਨਹੀਂ। ਜਦੋਂ ਸ਼ਵੇਤ ਮਲਕ ਜੀ ਮੇਅਰ ਰਹਿੰਦੇ ਹੋਏ ਕਾਉਂਸਲਰ ਹਾਰ ਗਏ ਸੀ ਤੇ ਲਗਭਗ 3 ਸਾਲ ਉਹ ਘਰ ਸੀ ਜਿਨ੍ਹਾਂ ਨੂੰ ਕੋਈ ਪੋਸਟ ਨਹੀਂ ਮਿਲੀ। ਉਸ ਤੋਂ ਬਾਅਦ ਪਾਰਟੀ ਨੇ ਬਿਠਾ ਕੇ ਉਹਨਾਂ ਨੂੰ ਐਮਪੀ ਬਣਾਤਾ, ਪੰਜਾਬ ਪ੍ਰਧਾਨ ਬਣਾਤਾ। ਸਾਡੀ ਪਾਰਟੀ 'ਚ ਐਸਾ ਨਹੀਂ ਹੈ ਕਿ ਲੀਡਰਾਂ ਨੂੰ ਕੋਈ ਬੜਾ ਵਿਰੋਧ ਕਰਦੇ ਨਜ਼ਰ ਆਉਂਦੇ ਨੇ ਤੁਹਾਡੇ ਇਸੇ ਗੱਲ ਨੂੰ ਲੈ ਕੇ, ਸ਼ਵੇਤ ਮਲਕ ਜੀ ਨੂੰ, ਕਿ ਇੱਕ ਹਾਰਿਆ ਹੋਇਆ ਕਾਉਂਸਲਰ ਐਮਪੀ ਬਣਾ ਦਿੱਤਾ ਗਿਆ ਇਹਨਾਂ ਵੱਲੋਂ। ਮੈਂ ਤੁਹਾਨੂੰ ਕਿਹਾ ਜੀ, ਪਾਰਟੀ ਸਾਡੀ ਜਿਹੜੀ ਹੈ ਨਾ ਜੀ, ਉਹ ਵਰਕਰ ਨੂੰ ਨਹੀਂ ਛੱਡਦੀ ਕਦੀ ਵੀ। ਸਾਡੇ ਕੋਲ ਠੀਕ ਹੈ, ਸਾਡੇ ਕੋਲ ਪਰਸਨਲ ਏਜੰਡੇ ਹੋਣ ਤੇ ਅਸੀਂ ਪਾਰਟੀ ਨੂੰ ਛੱਡ ਦਈਏ। ਜਿਹੜੀ ਅਨਿਲ ਜੋਸ਼ੀ ਨੇ ਕੀਤਾ ਵਾ ਪਾਰਟੀ 'ਚ, ਤੁਸੀਂ ਕਿਹਾ ਵੀ ਪਾਰਟੀ ਟਿਕਟ ਦੇਗੀ ਨਹੀਂ ਦੇਗੀ, ਦੇਖੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਾਰਟੀ ਨੇ, ਮੈਂ ਤਾਂ ਲੱਗਦਾ ਜਿੱਦਾਂ ਉਹਨਾਂ ਨੇ ਕਿਸਾਨਾਂ ਦੀ ਗੱਲ ਕੀਤੀ ਆ, ਪੇਂਡੂ ਕਹਿੰਦੇ ਨੇ ਮੇਰਾ ਪੁਰਾਣਾ ਪੱਖ ਆ, ਔਰ ਉਹ ਕਿਸਾਨ ਨੇ, ਤੇ ਇਹਨਾਂ ਨੂੰ ਤੇ ਕਿਸਾਨੀ ਮੁੱਦੇ ਤੇ ਪਾਰਟੀ ਉਹਨਾਂ ਨੂੰ ਕੁਝ ਸਮਝਾਉਣ ਨਹੀਂ ਸਾਨੂੰ ਤੇ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ, ਜੋਸ਼ੀ ਸਾਹਿਬ ਦਾ। ਉਹਨਾਂ ਨੂੰ ਤਰਨਤਾਰਨ ਉਹਨਾਂ ਦੀ ਬੈਲਟ ਰਹੀ ਆ, ਪੁਰਾਣਾ ਘਰ ਰਿਹਾ ਵਾ, ਉੱਥੇ ਜਾ ਕੇ ਡਟ ਕੇ ਕੰਮ ਕਰਨਾ ਚਾਹੀਦਾ। ਕਿਸਾਨੀ ਅੰਦੋਲਨ ਤੇ ਮਹੀਨੇ ਤੁਸੀਂ ਦੂਜੇ ਤਰੀਕੇ ਨਾਲ ਗੱਲ ਕਹਿੰਦੇ ਨਜ਼ਰ ਆ ਰਹੇ, ਮੈਂ ਸਿੱਧੀ ਗੱਲ ਕਹਿ ਦਿੰਦਾ ਵਾ, ਤੁਹਾਡੇ ਵੱਲੋਂ ਇੱਕ ਗੱਲ ਕਹੀ ਜਾਂਦੀ ਕਿ ਅਨਿਲ ਜੋਸ਼ੀ ਤਰਨਤਾਰਨ ਤੋਂ ਆਇਆ ਤਾਂ ਅਸੀਂ ਤਰਨਤਾਰਨ ਹੀ ਵਾਪਸ ਭੇਜ ਦਾਂਗੇ, ਤੇ ਹੁਣ ਤੁਸੀਂ ਦੂਜੇ ਤਰੀਕੇ ਨਾਲ ਕਹਿ ਰਹੇ ਜੀ ਕਿ ਤਰਨਤਾਰਨ ਤੋਂ ਆਏ ਨੇ ਤੇ ਤਰਨਤਾਰਨ ਜਾ ਕੇ ਸੇਵਾ ਕਰਨ। ਨਹੀਂ ਐਸਾ ਨਹੀਂ ਹੈ। ਵੇਖੋ ਮੈਂ ਹੁਣ ਵੈਸਟ ਦੇ ਵਿੱਚ ਜਿਹੜੇ ਕੱਲ ਪਰਸੋਂ ਵੀ ਸ਼ਾਮਲ ਕਰਾਏ ਆ, ਮੈਂ ਰਕੇਸ਼ ਰਿੰਕੂ ਜੀ ਆ ਕਾਉਂਸਲਰ ਲੜੇ ਸੀ, ਉਹ ਵੀ ਸ਼ਾਮਲ ਕਰਾਏ ਆ, ਤਾਂ ਮੈਂ ਕੋਈ ਇੱਥੋਂ ਵੈਸਟ ਦੀ ਇਲੈਕਸ਼ਨ ਥੋੜ੍ਹਾ ਲੜਨੀ ਹੈ।
ਲੇਕਿਨ ਜਿਹੜਾ ਬੰਦਾ ਜਿੱਥੇ ਘਰ 'ਚ ਰਹਿੰਦਾ ਹੁੰਦਾ ਵਾ, ਮੈਂ ਮੰਨ ਲਓ ਨਾਰਥ ਹਲਕੇ 'ਚ ਵੀ ਕੰਮ ਕਰ ਰਿਹਾ, ਲੇਕਿਨ ਮੇਰਾ ਜਿੱਥੇ ਪਰਿਵਾਰਕ ਪਿਛੋਕੜ ਆ, ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਉਹ ਕਹਿੰਦੇ ਇੱਥੇ ਕੌਂਸਲਰ ਕਿਉਂ ਨਹੀਂ ਲੜੀ ਸੀ, ਤੇ ਉਹ ਇਹਨਾਂ ਨੂੰ ਤਾਂ ਸਵਾਲ ਬਣਦਾ ਨਾ ਵੀ ਇਹ ਵੀ ਤਰਨਤਾਰਨ ਨੂੰ ਜਾ ਕੇ ਲੜ ਸਕਦੇ ਹੋ, ਤੇ ਦੋ ਸਾਰਿਆਂ ਵਾਸਤੇ ਇੱਕੋ ਜਾਣਾ, ਇਹ ਨਹੀਂ ਇੱਕ ਪਾਸੇ ਚੱਲਣੀ ਹੈ। ਮੈਂ ਤੇ ਇਹ ਬੇਨਤੀ ਕਰਨ ਡਿਆ ਕਿ ਮਤਲਬ ਕੱਲਾ ਤਰਨਤਾਰਨ ਕਿਉਂ, ਇਹਨਾਂ ਭਿੱਖੀਵਿੰਡ ਦੇਖੋ, ਇਹ ਤਾਂ ਪੰਜਾਬ ਦੇ ਰਹੇ ਨੇ, ਜਿਸ ਤਰ੍ਹਾਂ ਇਹ ਨਿਕਲਣਾ ਚਾਹੁੰਦੇ ਆ ਪਾਰਟੀ ਦੇ ਵਰਕਰਾਂ ਵਾਸਤੇ ਨਿਕਲਣਾ ਚਾਹੁੰਦੇ, ਬਿਲਕੁਲ ਨਿਕਲਣਾ ਚਾਹੀਦਾ ਇਹਨਾਂ ਨੂੰ, ਔਰ ਪਾਰਟੀ ਨੂੰ ਖੜਾ ਕਰਨ ਵਾਲੇ ਪਾਸੇ ਨਿਕਲਣਾ ਚਾਹੀਦਾ, ਨਾ ਕਿ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ। ਪਾਰਟੀ ਨੂੰ ਖੜਾ ਕਰਨ, ਤਗੜਾ ਕਰਨ, ਪਾਰਟੀ ਜਿੱਥੋਂ ਟਿਕਟ ਦੇ ਦੇਵੇ। ਦੇਖੋ ਮੈਂ ਹੁਣ ਕਹਾਂ ਮੈਂ ਨਾਰਥ 'ਚ ਮੈਨੂੰ ਸੈਂਟਰ 'ਚੋਂ ਦੇ ਦੇਣ, ਮੈਨੂੰ ਸਾਊਥ 'ਚੋਂ ਦੇ ਦੇਣ, ਮੈਨੂੰ ਪਾਰਟੀ ਕਹੇ ਤੁਸੀਂ ਕੁਛ ਨਹੀਂ ਕਰਨਾ, ਤੁਹਾਨੂੰ ਚੌਂਕ ਦੇ ਵਿੱਚ ਝੰਡਾ ਫੜਾ ਕੇ ਪਾਰਟੀ ਨੇ ਖੜੇ ਕਰਕੇ ਰੱਖਣਾ, ਤੇ ਮੇਰੇ ਵਾਸਤੇ ਉਹ ਵੀ ਬੜੀ ਵੱਡੀ ਜ਼ਿੰਮੇਵਾਰੀ ਆ, ਮੇਰੀ ਪਾਰਟੀ ਦਾ ਝੰਡਾ ਲੈ ਕੇ ਖੜੇ ਹੋਣਾ। ਇਸੇ ਤਰ੍ਹਾਂ ਹੀ ਅਨਿਲ ਜੋਸ਼ੀ ਜੀ ਵੀ ਆ, ਮੇਰੇ ਭਰਾ ਨੇ ਵੱਡੇ, ਔਰ ਬੜੇ ਵੱਡੇ ਨੇਤਾ ਨੇ ਸਾਡੇ, ਉਹਨਾਂ ਨੂੰ ਵੀ ਮਤਲਬ ਪਾਰਟੀ ਔਰ ਮਤਲਬ ਇਹ ਚੀਜ਼ਾਂ ਸਾਨੂੰ ਨਹੀਂ ਪਤਾ ਸੀ, ਅਸੀਂ ਤਾਂ ਸੋਚਦੇ ਸੀ ਇਹ ਵਪਾਰੀ ਨੇ, ਜੇ ਮਤਲਬ ਸਾਨੂੰ ਹੁਣ ਪਤਾ ਲੱਗਾ ਵੀ ਇਹ ਕਿਸਾਨ ਵੀ ਨੇ, ਤੇ ਫਿਰ ਤੇ ਸਗੋਂ ਵਧੀਆ ਗੱਲ ਹੈ। ਪੇਂਡੂ ਖੇਤਰ 'ਚ ਸਾਨੂੰ ਲੋੜ ਆ ਕੰਮ ਕਰਨ ਵਾਲੇ ਲੋਕਾਂ ਦੀ, ਸਾਡੇ ਕੋਲ ਉੱਥੇ ਕੈਂਡੀਡੇਟ ਹੀ ਨਹੀਂ ਹੈਗੇ, ਤੇ ਜ਼ਰੂਰ ਡਟ ਕੇ ਕੰਮ ਕਰਨਾ ਚਾਹੀਦਾ। ਇਹਨਾਂ ਨੂੰ ਜਾ ਕੇ ਨਵੇਂ ਕੈਂਡੀਡੇਟ ਖੜੇ ਕਰਨੇ ਚਾਹੀਦੇ ਆ ਹਲਕਿਆਂ ਦੇ ਵਿੱਚ, ਮਿਹਨਤ ਕਰਨੀ ਚਾਹੀਦੀ, ਤਗੜੇ ਹੋ ਕੇ। ਤਾਂ ਪਾਰਟੀ ਵੇਖੋ, ਪਾਰਟੀ ਜਿੱਦਣ ਸੱਤਾ 'ਚ ਆ ਗਈ, ਬੀਜੇਪੀ ਦੀ ਸਰਕਾਰ ਬਣ ਗਈ, ਉਦੋਂ ਸਭ ਨੂੰ ਮਿਲ ਜਾਣੀ, ਉਦੋਂ ਮੇਰੇ ਵਰਗੇ ਜਿਹੜੇ ਘਰ ਬੈਠੇ ਹੋਣੇ ਨਾ ਕਈ, ਉਹਨਾਂ ਨੂੰ ਵੀ ਸਭ ਕੁਝ ਮਿਲ ਜਾਣਾ। ਇਸ ਕਰਕੇ ਪਾਰਟੀ ਪਹਿਲਾਂ ਵਾ, ਪਾਰਟੀ ਰਹੂਗੀ ਤੇ ਅਸੀਂ ਸਾਰੇ ਰਵਾਂਗੇ। ਇਹ ਸਨ ਜੀ ਅਵਨੈਸ਼ ਸ਼ਾਲਾ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ। ਇਹਨਾਂ ਨੇ ਬੜੀ ਬੇਬਾਕੀ ਦੇ ਨਾਲ ਸਾਡੇ ਹਰ ਤਿੱਖੇ, ਮਿੱਠੇ ਅਤੇ ਫਿੱਕੇ ਸਵਾਲ ਦਾ ਜਵਾਬ ਬੜੀ ਪ੍ਰਪੱਕਤਾ ਦੇ ਨਾਲ ਦਿੱਤਾ। ਖੇਤੀ ਮੁੱਦੇ 'ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਦਿੱਤੇ ਬਿੱਲ ਨੇ ਇਹ ਪੂਰੀ ਤਰ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਹਨ, ਪਰ ਕਿਸਾਨਾਂ ਨੂੰ ਅਜੇ ਇਹਨਾਂ ਬਿੱਲਾਂ ਦੀ ਸਮਝ ਨਹੀਂ ਆ ਰਹੀ। ਅਨਿਲ ਜੋਸ਼ੀ ਜੀ ਦੇ ਇਸ ਪੁੱਛੇ ਸਵਾਲਾਂ ਦੇ ਉੱਤੇ ਇਹਨਾਂ ਨੇ ਬੜੀ ਪ੍ਰਪੱਕਤਾ ਦੇ ਨਾਲ ਹਰ ਗੱਲ ਦਾ ਜਵਾਬ ਬੇਬਾਕ ਹੋ ਕੇ ਦਿੱਤਾ ਵਾ। ਇਹਨਾਂ ਦਾ ਇਹ ਕਹਿਣਾ ਕਿ ਅਗਰ 2017 ਦੇ ਵਿੱਚ ਅੰਮ੍ਰਿਤਸਰ ਨੌਰਥ ਦੇ ਵਿੱਚ ਮੇਰੇ ਪੋਸਟਰ ਐਜ਼ ਏ MLA ਕੈਂਡੀਡੇਟ ਦੇ ਤੌਰ ਤੇ ਲੱਗੇ ਨਜ਼ਰ ਆਏ ਸਨ, ਤਾਂ ਉਹਦਾ ਕਾਰਨ ਇਹ ਸੀ ਕਿ ਮੇਰੀਆਂ ਵਾਰਡਾਂ ਦੇ ਵਿੱਚ ਅਨਿਲ ਜੋਸ਼ੀ ਦੇ ਕੁਝ ਮੂੰਹ ਬੋਲੇ ਰਿਸ਼ਤੇਦਾਰਾਂ ਨੇ ਦਖਲਅੰਦਾਜ਼ੀ ਕੀਤੀ ਸੀ। ਇਹ ਕਾਰਨ ਸੀ ਕਿ ਮੈਂ ਕੌਂਸਲਰ ਦੇ ਪਦ ਤੋਂ ਉੱਪਰ ਉੱਠ ਕੇ ਇਲੈਕਸ਼ਨ ਲੜਨ ਦੀ ਆਪਣੀ ਜਿਹੜੀ ਇੱਛਾ ਪ੍ਰਗਟਾਈ ਸੀ। ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਕਿ ਅਗਰ ਸਾਡੇ ਵੱਲੋਂ ਪਾਰਟੀ ਵੱਲੋਂ ਅਨਿਲ ਜੋਸ਼ੀ ਜੀ ਨੂੰ ਮਨਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਜਾਰੀ ਹਨ। ਸਿੱਧੇ ਲਫ਼ਜ਼ਾਂ ਦੇ ਵਿੱਚ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਨਿਲ ਜੋਸ਼ੀ ਦਾ ਜਿਹੜਾ ਪਿਛੋਕੜ ਆ, ਤਰਨਤਾਰਨ ਤੋਂ ਇੱਕ ਪੇਂਡੂ ਪਿਛੋਕੜ ਆ, ਉਹ ਕਿਸਾਨੀ ਤਬਕੇ ਨਾਲ ਸੰਬੰਧ ਰੱਖਦਾ ਵੀ ਖੁਦ ਨੂੰ ਦੱਸਦੇ ਹਨ। ਉਹਨਾਂ ਨੂੰ ਤਰਨਤਾਰਨ ਦੇ ਵਿੱਚ ਜਾ ਕੇ ਉੱਥੇ ਕੈਂਡੀਡੇਟ ਖੜੇ ਕਰਨੇ ਚਾਹੀਦੇ ਹਨ, ਅਤੇ ਭਾਰਤੀ ਜਨਤਾ ਪਾਰਟੀ ਦਾ ਤਰਨਤਾਰਨ ਤੋਂ ਝੰਡਾ ਬੁਲੰਦ ਕਰਨਾ ਚਾਹੀਦਾ ਹੈ। ਜ਼ਿਲ੍ਹੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੋਰ ਵੀ ਕਾਰਜਕਰਤਾ ਹਨ ਜਿਹੜੇ ਅੰਮ੍ਰਿਤਸਰ ਨੌਰਥ ਨੂੰ ਸੰਭਾਲ ਸਕਦੇ ਹਨ। ਕੈਮਰਾਮੈਨ ਹਰਪ੍ਰੀਤ ਦੇ ਨਾਲ ਪਰਮਜੀਤ ਸਿੰਘ, ਚੈਨਲ AK1 ਤੋਂ ਜੀ।